2014 ਦੇ ਵਿੱਚ ਜਿਹੜੀ ਕੱਚੇ ਤੇਲ ਦੀ ਕੀਮਤ ਸੀ $107 ਪ੍ਰਤੀ ਬੈਰਲ ਸੀ, ਜਿਹੜੀ ਅੱਜ ਹੈ ਐਵਰੇਜ $72 ਪਰ ਬੈਰਲ। 30% ਜਿਹੜੀ ਕੀਮਤ ਹੈ ਕੱਚੇ ਤੇਲ ਦੀ ਇੰਟਰਨੈਸ਼ਨਲ ਮਾਰਕੀਟ 'ਚ ਘਟੀ ਹੈ। ਕੀਮਤ ਘਟੀ ਹੈ ਪਰ ਫਿਰ ਵੀ ਇੱਥੇ ਰੇਟ ਵਧ ਰਿਹਾ। 2014 ਦੇ ਵਿੱਚ ਡੀਜ਼ਲ ਦੇ ਉੱਪਰ ਜਿਹੜੀ ਐਕਸਾਈਜ਼ ਡਿਊਟੀ ਸੀਗੀ ਉਹ ਸੀ ₹3.46। ਅੱਜ ਜਿਹੜੀ ਹੈ ਸੈਂਟਰ ਦੀ ਐਕਸਾਈਜ਼ ਡਿਊਟੀ ₹31.83। 824% ਵਾਧਾ ਕਰਤਾ ਸੈਂਟਰ ਨੇ ਐਕਸਾਈਜ਼ ਡਿਊਟੀ ਦੇ ਵਿੱਚ। ਜੇ ਆਪਾਂ ਇਹਦੀ ਬੇਸਿਕ ਜਿਹੜੀ ਰਿਫਾਈਨਰੀ ਤੋਂ ਕੀਮਤ ਚੱਲ ਰਹੀ ਹੈ, ਜੇ ਸਟੇਟ ਦੇ ਵੈਟ ਦੀ ਗੱਲ ਕਰੀਏ ਤਾਂ ਉਹ ਮੇਰੇ ਹਿਸਾਬ ਨਾਲ ਸੈਂਟਰ ਔਰ ਸਟੇਟ ਦਾ ਮਿਲਾ ਕੇ ₹47 ਟੈਕਸ ਜਿਹੜਾ ਹੈ ਕਸਟਮਰ ਤੋਂ ਵਸੂਲਿਆ ਜਾਂਦਾ। ਕੋਵਿਡ ਜਦੋਂ ਸ਼ੁਰੂ ਹੋਇਆ 2020 ਦੇ ਵਿੱਚ, ਉਸ ਵੇਲੇ ਐਕਸਾਈਜ਼ ਡਿਊਟੀ ਸੈਂਟਰ ਦੀ ਡੀਜ਼ਲ ਦੇ ਉੱਪਰ ਸੀ ₹18.33 ਔਰ ਪੈਟਰੋਲ ਤੇ ਸੀ ₹22.98। ਇੱਕੋ ਰਾਤ ਦੇ ਵਿੱਚ ਇਹਨਾਂ ਨੇ ਡੀਜ਼ਲ ਤੇ ਐਕਸਾਈਜ਼ ਡਬਲ ਕਰਤੀ। ਐਕਸਾਈਜ਼ ਚਲੀ ਗਈ ₹31.83, ਪੈਟਰੋਲ ਦੇ ਉੱਪਰ ਚਲੀ ਗਈ ₹32.98। ਕੋਵਿਡ ਦੇ ਵਿੱਚ ਇੱਕ ਟਾਈਮ ਇਹੋ ਜਿਹਾ ਆਇਆ ਸੀ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਜ਼ੀਰੋ ਹੋ ਗਈਆਂ ਸੀ, ਮਾਈਨਸ ਹੋ ਗਈਆਂ ਸੀਗੀਆਂ। ਜ਼ੀਰੋ ਕਾਸਟ ਪ੍ਰਾਈਸ ਦੇ ਉੱਪਰ ਉਹਨਾਂ ਨੇ ਮਾਲ ਖਰੀਦ ਕੇ ਆਪਣਾ ₹45 ਐਕਸ ਰਿਫਾਈਨਰੀ ਪ੍ਰਾਈਸ ਦੇ ਵੇਚ ਕੇ ਉਸ ਤੋਂ ਬਾਅਦ ਸੈਂਟਰ ਨੇ ਐਕਸਾਈਜ਼ ਵਧਾਤੀ, ਸਟੇਟ ਨੇ ਵੈਟ ਵਧਾਤਾ। ਜਿਹੜਾ ਬੈਨੀਫਿਟ ਕਸਟਮਰ ਨੂੰ ਮਿਲਣਾ ਚਾਹੀਦਾ ਸੀ, ਆਮ ਜਨਤਾ ਨੂੰ ਮਿਲਣਾ ਚਾਹੀਦਾ ਸੀ, ਉਹ ਨਹੀਂ ਮਿਲਿਆ। ਸਾਰਾ ਦਾ ਸਾਰਾ ਸਰਕਾਰਾਂ ਖਾ ਗਈਆਂ, ਦੋਨੋਂ ਸਰਕਾਰ, ਸੈਂਟਰ ਗਵਰਨਮੈਂਟ ਵੀ ਔਰ ਸਟੇਟ ਗਵਰਨਮੈਂਟ। ਹਿਮਾਚਲ ₹5.5 ਅੱਜ ਡੀਜ਼ਲ ਪੰਜਾਬ ਨਾਲੋਂ ਸਸਤਾ। ਚੰਡੀਗੜ੍ਹ ਜਿਹੜਾ ਹੈ ਉਹ ₹3.16 ਸਸਤਾ। ਜਿਹੜਾ ਹਰਿਆਣਾ ਹੈ ਉਹ ₹2.87 ਸਸਤਾ। ਜੰਮੂ ਕਸ਼ਮੀਰ ₹2.14 ਸਸਤਾ। ਤੁਸੀਂ ਡੀਜ਼ਲ ਦੀਆਂ ਕੀਮਤਾਂ ਗੁਆਂਢੀ ਰਾਜਾਂ ਦੇ ਬਰਾਬਰ ਕਰ ਦਿਓ, ਤੁਹਾਡਾ ਜਿਹੜਾ ਵੈਟ ਕਲੈਕਸ਼ਨ ਹੈ 500 ਕਰੋੜ ਵਧੇਗਾ। ਤੇ ਫਿਰ ਕਿਉਂ ਨਹੀਂ ਕਰ ਰਹੇ? ਵਜ੍ਹਾ ਕੀ? ਪਿਛਲੇ ਸਾਲ 2019-20 ਦੇ ਵਿੱਚ ਖਪਤ ਸੀਗੀ 7113,000 ਮੈਟ੍ਰਿਕ ਟਨ। ਜਿਹੜਾ ਕੋਵਿਡ ਦੇ ਟਾਈਮ 'ਚ 5933,000 ਮੈਟ੍ਰਿਕ ਟਨ ਖਪਤ ਹੋਈ। ਵੈਟ ਕਲੈਕਸ਼ਨ 20% ਵੱਧ ਗਈ, ਖਪਤ 20% ਘਟ ਗਈ, ਵੈਟ ਪਰ 20% ਵੱਧ ਗਿਆ। ਇਹਦਾ ਮਤਲਬ 40% ਦਾ ਫਰਕ ਪਾਤਾ ਸਰਕਾਰ ਨੇ। ਪੰਜਾਬ ਸਰਕਾਰ ਦੇ ਐਸੇ ਕਿਹੜੇ ਖਰਚੇ ਨੇ ਜਿਹੜੀਆਂ ਬੀਜੇਪੀ ਰੂਲਡ ਸਟੇਟਸ ਦੇ ਵਿੱਚ ਨਹੀਂ ਹੈਗੇ? ਹਰਿਆਣਾ ਖਰਚਾ ਕਰ ਰਿਹਾ ਆਪਣਾ, ਹਰਿਆਣਾ ਨੇ ਤਾਂ ਪੈਟਰੋਲ ਡੀਜ਼ਲ ਦੇ ਉੱਪਰ ਵੈਟ ਨਹੀਂ ਵਧਾਇਆ। ਹਿਮਾਚਲ ਖਰਚਾ ਆਪਣਾ ਉਠਾ ਰਿਹਾ, ਜੰਮੂ ਕਸ਼ਮੀਰ ਆਪਣਾ ਉਠਾ ਰਿਹਾ ਔਰ ਚੰਡੀਗੜ੍ਹ ਆਪਣਾ ਖਰਚਾ ਉਠਾ ਰਿਹਾ। ਸਿਰਫ ਔਰ ਸਿਰਫ ਪੰਜਾਬ ਸਰਕਾਰ ਨੂੰ ਹੀ ਪੈਟਰੋਲ ਡੀਜ਼ਲ ਦੇ ਮਗਰ ਪੈਣ ਦੀ ਕੀ ਜ਼ਰੂਰਤ? ਤੁਸੀਂ ਦੇਖੋ ਜੇ ਡੀਜ਼ਲ ਮਹਿੰਗਾ ਹੋਏਗਾ ਰਾਜ ਵਿੱਚ ਤੇ ਕਿਹੜੀ ਵੱਡੀ ਇੰਡਸਟਰੀ ਆਏਗੀ? ਇੰਡਸਟਰੀ ਨਹੀਂ ਆਏਗੀ, ਆਮ ਲੋਕ ਤੇ ਸਿੱਧਾ ਵਜਨ ਪਏਗਾ। ਜਿਹੜੀ ਢੋਆ ਦਾ ਸਮਾਨ ਆ ਸਾਰਾ, ਤੁਸੀਂ ਕੀ ਦੱਸੋ ਨਾ ਵੀ ਕਾਂਗਰਸ ਸਰਕਾਰ ਲੋਕ ਪੱਖੀ ਨਹੀਂ। ਮੈਂ ਤਾਂ ਅੱਜ ਵੀ ਕਹਿੰਦਾ ਕਿ ਅੱਜ ਰੇਟ ਬਰਾਬਰ ਕਰ ਦੇ ਸਰਕਾਰ, ਉਹਨਾਂ ਨੂੰ 400 ਕਰੋੜ ਰੁਪਏ 500 ਕਰੋੜ ਰੁਪਏ ਦਾ ਐਡੀਸ਼ਨਲ ਰੈਵਨਿਊ ਆਏਗਾ। ਉਹ ਜਿਹੜਾ ਕਹਿੰਦੇ ਨੇ ਕਿ ਜੀ ਪੈਟਰੋਲ ਡੀਜ਼ਲ ਦੇ ਰੇਟ ਵਧਾ ਕੇ ਹੀ, ਵੈਟ ਵਧਾ ਕੇ ਹੀ ਸਾਨੂੰ ਮਿਲੇਗਾ, ਅਸੀਂ ਕਹਿੰਦੇ ਆ ਵੈਟ ਘਟਾ ਕੇ ਤੁਹਾਨੂੰ ਐਡੀਸ਼ਨਲ ਰੈਵਨਿਊ ਮਿਲੇਗਾ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਸਕਾਈ ਨਿਊਜ਼ ਪੰਜਾਬ ਵੱਲੋਂ ਵਿਸ਼ੇਸ਼ ਪ੍ਰੋਗਰਾਮ ਪੁਣਛਾਣ ਲੈ ਕੇ ਅਸੀਂ ਹਾਜ਼ਰ ਹਾਂ। ਅੱਜ ਸਾਡੇ ਨਾਲ ਨੇ ਸਰਦਾਰ ਅਸ਼ਵਿੰਦਰ ਸਿੰਘ ਮੋਂਗੀਆ ਜੀ, ਜੋ ਪੈਟਰੋਲ ਪੰਪ ਐਸੋਸੀਏਸ਼ਨ ਦੇ ਪੰਜਾਬ ਦੇ ਕਾਰਜਕਾਰੀ ਮੈਂਬਰ ਨੇ। ਗੱਲ ਕਰਾਂਗੇ ਅੱਜ ਪੈਟਰੋਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੀ, ਜਿਨ੍ਹਾਂ ਵਿੱਚ ਲਗਾਤਾਰ ਹੋਰ ਚੀਜ਼ਾਂ 'ਤੇ ਵੀ ਅਸਰ ਪੈ ਰਿਹਾ। ਮਹਿੰਗਾਈ ਦੀ ਦਰ ਵਧਣ 'ਚ ਬਹੁਤ ਵੱਡਾ ਇੱਕ ਹਿੱਸਾ ਪਾਉਂਦਾ ਹੈ। ਇਸ ਗੱਲ ਪ੍ਰਤੀ ਜੋ ਇਸ ਕਾਰੋਬਾਰ ਨਾਲ ਜੁੜੇ ਨੇ ਮੋਂਗੀਆ ਸਾਹਿਬ, ਉਹ ਸਾਨੂੰ ਦੱਸਣਗੇ। ਪਰ ਪਿਛਲੇ ਦਿਨੀ ਕੇਂਦਰ ਸਰਕਾਰ ਵੱਲੋਂ 35 ਪੈਸੇ ਪੈਟਰੋਲ ਦੇ ਵਧਾਏ ਗਏ ਨੇ, ਪਰ ਡੀਜ਼ਲ ਉਸੇ ਤਰ੍ਹਾਂ ਹੀ ਰੱਖਿਆ ਗਿਆ। ਜੇ ਆਪਾਂ ਅੱਜ ਦੀ ਗੱਲ ਕਰੀਏ, ਦਿੱਲੀ ਦੇ ਵਿੱਚ 99 ਪੈਸੇ 86 ਪੈਸੇ ਪੈਟਰੋਲ ਆ। ਜੇ ਫਿਰ ਦੂਸਰਾ ਕੋਲਕਾਤਾ ਦੀ ਗੱਲ ਕਰੀਏ, 99 ਪੈਸੇ 84 ਪੈਸੇ। ਮੁੰਬਈ ਅਤੇ ਚੇਨਈ ਦੇ ਵਿੱਚ 105 ਰੁਪਏ ਤੋਂ ਪਾਰ ਕਰ ਚੁੱਕਿਆ ਪੈਟਰੋਲ। ਪੰਜਾਬ, ਰਾਜਸਥਾਨ ਅਤੇ ਉੱਤਰੀ ਖਿੱਤੇ ਦੀ ਗੱਲ ਕਰੀਏ ਤਾਂ 101 ਰੁਪਏ 91 ਪੈਸੇ ਤੱਕ ਪੈਟਰੋਲ ਹੋ ਗਿਆ, ਜਿਸ ਕਰਕੇ ਢੋਆਈ ਹੋਰ ਅਨਾਜ ਦੇ ਮਾਲ ਦੇ ਵਿੱਚ ਜਿਹੜੀ ਕੀਮਤ ਦੇ ਵਿੱਚ ਵਾਧਾ ਹੋ ਰਿਹਾ, ਜੋ ਸਿੱਧਾ ਆਮ ਆਦਮੀ ਦੀ ਜੇਬ 'ਤੇ ਅਸਰ ਕਰਦਾ ਹੈ। ਆਓ ਆਪਾਂ ਇਸ ਪੈਟਰੋਲ ਦੀਆਂ ਕੀਮਤਾਂ ਦੀ ਲਗਾਤਾਰ ਵੱਧ ਰਹੀਆਂ ਨੇ, ਇਸ ਕੇਂਦਰ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ, ਕਿਹੜੀ ਗੈਰ ਜ਼ਿੰਮੇਵਾਰ ਤਰੀਕਾ ਅਪਣਾ ਰਹੀ ਹੈ, ਜਾਂ ਸਟੇਟ ਸਰਕਾਰ ਕਿਵੇਂ ਅਪਣਾ ਰਹੀ ਹੈ, ਮੋਂਗੀਆ ਸਾਹਿਬ ਨਾਲ ਮਿਲਦੇ ਹਾਂ। ਮੋਂਗੀਆ ਸਾਹਿਬ, ਸਕਾਈ ਨਿਊਜ਼ ਪੰਜਾਬ ਤੇ ਪੁਣਛਾਣ ਦੇ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋਗੇ ਕਿ ਕੇਂਦਰ ਸਰਕਾਰ ਅਤੇ ਸਟੇਟ ਸਰਕਾਰ ਇਹਨਾਂ ਵੱਧ ਰਹੀਆਂ ਕੀਮਤਾਂ ਲਈ ਕਿਵੇਂ ਜ਼ਿੰਮੇਵਾਰ ਹੈ। ਹੁਣ ਜਿਹੜੀਆਂ ਕੀਮਤਾਂ ਵੱਧ ਰਹੀਆਂ ਨੇ, ਅਸੀਂ ਜਾਵਾਂਗੇ 2014 ਦੇ ਵਿੱਚ ਕੇਂਦਰ ਤੋਂ ਲੈ ਕੇ ਥੱਲੇ ਤੱਕ ਸਰਕਾਰ ਦਾ ਬਦਲਾਅ ਹੋਇਆ, ਉਹਦੇ ਵਿੱਚ ਹੁਣ ਤੱਕ ਪੈਟਰੋਲ ਦੀਆਂ ਕੀਮਤਾਂ ਕਿਵੇਂ ਵਧੀਆਂ, ਕਿਸ ਦਰ ਨਾਲ ਵਧੀਆਂ? ਸਭ ਤੋਂ ਪਹਿਲਾਂ ਜੀ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਪੈਟਰੋਲ ਔਰ ਡੀਜ਼ਲ ਦੀਆਂ ਕੀਮਤਾਂ ਨੇ, ਇਹਨਾਂ ਦੇ 4 ਫੈਕਟਰਸ ਦੇ ਉੱਪਰ ਡਿਪੈਂਡੈਂਟ ਹੈ।
ਜੀ ਸਭ ਤੋਂ ਪਹਿਲਾਂ ਕੱਚੇ ਤੇਲ ਦੀਆਂ ਇੰਟਰਨੈਸ਼ਨਲ ਪ੍ਰਾਈਸ ਦੇ ਮਾਰਕੀਟ ਦੇ ਵਿੱਚ ਕੀਮਤਾਂ, ਜੀ ਦੂਜਾ ਹੈ ਡਾਲਰ ਰੇਟ, ਜੀ ਤੀਸਰਾ ਹੈ ਸੈਂਟਰ ਦੀ ਐਕਸਾਈਜ਼ ਡਿਊਟੀ, ਜੀ ਚੌਥਾ ਹੈ ਜਿਹੜੀ ਸਟੇਟ ਦੀਆਂ ਵੈਟ। ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕੱਚੇ ਤੇਲ ਦੀਆਂ ਕੀਮਤਾਂ। ਜੀ 2014 ਦੇ ਵਿੱਚ ਜਿਹੜੀ ਕੱਚੇ ਤੇਲ ਦੀ ਕੀਮਤ ਸੀ $160 ਪ੍ਰਤੀ ਬੈਰਲ ਸੀ, ਜੀ ਜਿਹੜੀ ਅੱਜ ਹੈ ਐਵਰੇਜ $72 ਪਰ ਬੈਰਲ। ਇਹਦਾ ਮਤਲਬ ਤੁਸੀਂ ਅੰਦਾਜ਼ਾ ਲਾ ਲਓ ਕਿ 30% ਜਿਹੜੀ ਕੀਮਤ ਹੈ ਕੱਚੇ ਤੇਲ ਦੀ ਇੰਟਰਨੈਸ਼ਨਲ ਮਾਰਕੀਟ 'ਚ ਘਟੀ ਹੈ। ਯਾਨੀ ਕੀਮਤ ਘਟੀ ਹੈ ਪਰ ਫਿਰ ਵੀ ਇੱਥੇ ਰੇਟ ਵੱਧ ਰਿਹਾ। ਹਾਂਜੀ ਜੀ ਦੂਜਾ ਜਿਹੜਾ ਡਾਲਰ ਰੇਟ ਦੀ ਗੱਲ ਕਰੀਏ, ਡਾਲਰ ਉਸ ਵੇਲੇ 66 ਰੁਪਏ ਸੀਗਾ, ਅੱਜ 72 ਰੁਪਏ ਹੈ, ਜੀ ਜਿਹਦਾ ਕੋਈ ਬਹੁਤਾ ਅਸਰ ਨਹੀਂ ਪੈਂਦਾ। ਜੀ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 2014 ਦੇ ਵਿੱਚ ਜਦੋਂ ਕੀਮਤਾਂ $107 ਸੀ ਕੱਚੇ ਤੇਲ ਦੀਆਂ, ਉਸ ਵੇਲੇ ਡੀਜ਼ਲ ਦੀ ਕੀਮਤ 56 ਰੁਪਏ ਔਰ ਪੈਟਰੋਲ ਦੀ ਕੀਮਤ 67 ਰੁਪਏ ਸੀ। ਅੱਜ ਤੁਸੀਂ ਦੇਖ ਲਓ ਕਿ ਡੀਜ਼ਲ ਦੀ ਕੀਮਤ 91 ਰੁਪਏ ਕੁਝ ਪੈਸੇ, 92 ਰੁਪਏ ਦੇ ਆਸ-ਪਾਸ, ਜੀ ਔਰ ਪੈਟਰੋਲ ਦੀ ਕੀਮਤ 101 ਰੁਪਏ 91 ਪੈਸੇ ਮੋਹਾਲੀ ਦੀ ਗੱਲ ਕਰੀਏ ਆਪਾਂ ਜੇ, ਜੀ ਟੋਟਲ ਪੰਜਾਬ ਦੀ ਹੋਗੀ। ਟੋਟਲ ਪੰਜਾਬ ਦੀ ਗੱਲ ਹੋ ਗਈ। ਇਹਦੇ ਵਿੱਚ ਜੀ ਜਿਹੜਾ ਮੇਜਰ ਫੈਕਟਰ ਹੈ ਉਹ ਹੈ ਸੈਂਟਰ ਦੀ ਐਕਸਾਈਜ਼ ਡਿਊਟੀ। ਇਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 2014 ਦੇ ਵਿੱਚ ਡੀਜ਼ਲ ਦੇ ਉੱਪਰ ਜਿਹੜੀ ਐਕਸਾਈਜ਼ ਡਿਊਟੀ ਸੀਗੀ ਉਹ ਸੀ 3 ਰੁਪਏ 46 ਪੈਸੇ। ਜੀ ਅੱਜ ਜਿਹੜੀ ਹੈ ਸੈਂਟਰ ਦੀ ਐਕਸਾਈਜ਼ ਡਿਊਟੀ 31 ਰੁਪਏ 83 ਪੈਸੇ, 824% ਵਾਧਾ ਕਰਤਾ ਸੈਂਟਰ ਨੇ ਐਕਸਾਈਜ਼ ਡਿਊਟੀ ਦੇ ਵਿੱਚ 2014 ਤੋਂ ਲੈ ਕੇ ਅੱਜ ਤੱਕ। ਜੇ ਆਪਾਂ ਪੈਟਰੋਲ ਦੀ ਗੱਲ ਕਰੀਏ, 9 ਰੁਪਏ 20 ਪੈਸੇ ਐਕਸਾਈਜ਼ ਡਿਊਟੀ ਸੀਗੀ 2014 ਚ, ਜੀ ਅੱਜ ਹੈਗੀ ਹੈ 32 ਰੁਪਏ 98 ਪੈਸੇ। ਇਹ ਸਟੇਟ ਗਵਰਨਮੈਂਟ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ? ਜੀ ਇਹ ਤਾਂ ਹੋ ਗਿਆ ਸੈਂਟਰ 'ਚ। ਅੱਛਾ, ਹੁਣ ਹੋਇਆ ਕੀ ਜੀ, ਕੱਚੇ ਤੇਲ ਦੀਆਂ ਕੀਮਤਾਂ, ਉਹਦੇ ਵਿੱਚ ਡਾਲਰ ਦੀ ਪ੍ਰਾਈਸ ਜੁੜ ਗਈ। ਜੀ ਉਸ ਤੋਂ ਬਾਅਦ ਇੱਕ ਰਿਫਾਈਨਿੰਗ ਮਾਰਜਨ ਜਿਹੜੇ ਤੁਹਾਡੀਆਂ ਪਬਲਿਕ ਸੈਕਟਰ ਅੰਡਰਟੇਕਿੰਗਸ ਨੇ, ਇੰਡੀਅਨ ਆਇਲ, HPCL, BPCL, ਜੀ ਪਲੱਸ ਕਾਰਪੋਰੇਟਸ, ਰਿਲਾਇੰਸ ਔਰ ਅਡਾਨੀ, ਜੀ ਇਹ ਇੱਕ ਪ੍ਰੋਸੈਸਿੰਗ ਕਾਸਟ ਫਿਕਸ ਕੀਤੀ ਹੈ ਗਵਰਨਮੈਂਟ ਨੇ ਕਿ ਵੀ ਇੰਨੀ ਉਹਨਾਂ ਨੇ ਲੈਣੀ ਹੈ। ਜੇ ਆਪਾਂ ਗੱਲ ਕਰੀਏ ਅੱਜ ਦੀ ਰੇਟ ਦੀ, ਅੱਜ ਦੀਆਂ ਪ੍ਰਾਈਸਿਸ ਦੇ ਹਿਸਾਬ ਨਾਲ ਬ੍ਰੇਕਅਪ ਦੇ ਵਿੱਚ, ਐਕਸ ਰਿਫਾਈਨਰੀ ਪ੍ਰਾਈਸ ਡੀਜ਼ਲ ਦੀ ਜਿਹੜੀ ਰਿਫਾਈਨਰੀ ਤੋਂ ਚੱਲਦੀ ਹੈ ਉਹ 43 ਰੁਪਏ 50 ਪੈਸੇ। ਜੀ ਯਾਨੀ ਅੱਧ ਦਾ ਫਰਕ ਪੈ ਗਿਆ ਫਿਰ ਤਾਂ। ਉਹਦੇ ਵਿੱਚ ਐਕਸਾਈਜ਼ ਜੋੜ ਲਓ 31 ਰੁਪਏ 83 ਪੈਸੇ, ਜੀ ਔਰ ਡੀਲਰ ਮਾਰਜਨ 1 ਰੁਪਏ 83 ਪੈਸੇ, ਜਿਹੜਾ ਸਟੇਟ ਦਾ ਵੈਟ ਹੈ 15 ਰੁਪਏ 17 ਪੈਸੇ। ਇਹ ਟੋਟਲ ਬਣਾਤਾ ਤੁਹਾਨੂੰ 92 ਰੁਪਏ 33 ਪੈਸੇ। ਜੇ ਆਪਾਂ ਇਹਦੀ ਬੇਸਿਕ ਜਿਹੜੀ ਰਿਫਾਈਨਰੀ ਤੋਂ ਕੀਮਤ ਚੱਲ ਰਹੀ ਹੈ, ਜੇ ਸਟੇਟ ਦੇ ਵੈਟ ਦੀ ਗੱਲ ਕਰੀਏ ਤਾਂ ਉਹ ਮੇਰੇ ਹਿਸਾਬ ਨਾਲ 45 ਰੁਪਏ ਦੀ ਗੱਲ ਕਰਦੇ ਹੋ ਸੀ। ਨਹੀਂ ਜੀ, ਜ਼ਿਆਦਾ ਹੋ ਗਿਆ ਨਾ ਜੀ, 31 ਤੇ ਜਮਾ 15, 47 ਰੁਪਏ ਹੋ ਗਿਆ। 47 ਤੇ ਸੈਂਟਰ ਔਰ ਸਟੇਟ ਦਾ ਮਿਲਾ ਕੇ 47 ਰੁਪਏ ਟੈਕਸ ਜਿਹੜਾ ਹੈ ਉਹ ਆਪਣਾ ਕਸਟਮਰ ਤੋਂ ਵਸੂਲਿਆ ਜਾ ਰਿਹਾ। ਯਾਨੀ 15 ਰੁਪਏ ਸਟੇਟ ਦਾ ਲੱਗਦਾ ਨਾ। ਹਾਂ, 16 ਰੁਪਏ ਜੇ ਆਪਾਂ 16 ਰੁਪਏ ਜੇ ਆਪਾਂ ਬੇਸਿਕ ਦੀ ਗੱਲ ਕਰੀਏ, ਜਿਹੜਾ ਤੁਸੀਂ ਕਹਿੰਦੇ ਰਿਫਾਈਨਰੀ ਤੋਂ ਚੱਲਦਾ ਹੈ, ਉਹ 40 ਰੁਪਏ ਹੈ, ਉਹ 43 ਰੁਪਏ। 43 ਰੁਪਏ ਹੈ, 16 ਤੀਆ ਯਾਨੀ 33% ਆਪਣਾ ਲੱਗ ਗਿਆ। ਨਹੀਂ ਜੀ, ਇਹਦੀ ਕੈਲਕੂਲੇਸ਼ਨ ਇੱਦਾਂ ਹੁੰਦੀ ਹੈ, ਰਿਫਾਈਨਰੀ ਪ੍ਰਾਈਸ, ਉਹਦੇ ਵਿੱਚ ਐਕਸਾਈਜ਼ ਡਿਊਟੀ ਜੁੜ ਜਾਂਦੀ ਹੈ, ਉਹਦੇ ਡੀਲਰ ਮਾਰਜਨ ਜੁੜ ਜਾਂਦਾ ਹੈ, ਇਹ ਪ੍ਰਾਈਸ ਜਿਹੜੀ ਆ ਕੇ ਉਹ ਸਟੇਟ ਨੂੰ ਪੈਂਦੀ ਹੈ, ਉਹਦੇ ਉੱਪਰ ਟੈਕਸ ਲੱਗਦਾ। ਉਹ ਸਟੇਟ ਦੀ ਵੈਲਿਊ ਕਿੰਨੀ ਬਣ ਗਈ? ਸਟੇਟ ਦੀ ਕੋਈ 14-15 ਰੁਪਏ ਦੇ ਕਰੀਬ ਹੈ। ਇਹਦੀ ਜੇ ਪਰਸੈਂਟੇਜ ਦੇ ਵਿੱਚ ਗੱਲ ਕਰੀਏ ਤੇ 19.56% ਅੱਜ ਦੀ ਡੇਟ 'ਚ ਵੈਟ ਸਟੇਟ ਗਵਰਨਮੈਂਟ ਵਸੂਲ ਰਹੀ ਹੈ ਲੋਕਾਂ ਤੋਂ। ਜੀ ਇਹ ਸਟੇਟ ਗਵਰਨਮੈਂਟ ਦੇ ਅਧਿਕਾਰ ਖੇਤਰ ਹੈਗਾ, ਘਟਾਇਆ ਵੀ ਜਾ ਸਕਦਾ? ਬਿਲਕੁਲ ਘਟਾਇਆ ਜਾ ਸਕਦਾ ਜੀ। ਮੈਂ ਤੁਹਾਨੂੰ ਇਹੀ ਦੱਸਦਾ ਜੀ ਕਿ ਹਾਲਾਤ ਇੱਦਾਂ ਨੇ ਕਿ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹਾਂਗਾ, ਕੋਵਿਡ ਜਦੋਂ ਸ਼ੁਰੂ ਹੋਇਆ ਜੀ 2020 ਦੇ ਵਿੱਚ, ਉਸ ਵੇਲੇ ਐਕਸਾਈਜ਼ ਡਿਊਟੀ ਸੈਂਟਰ ਦੀ ਡੀਜ਼ਲ ਦੇ ਉੱਪਰ ਸੀ 18 ਰੁਪਏ 33 ਪੈਸੇ ਜੀ ਔਰ ਪੈਟਰੋਲ ਤੇ ਸੀ 22 ਰੁਪਏ 98 ਪੈਸੇ। ਜੀ ਇੱਕੋ ਰਾਤ ਦੇ ਵਿੱਚ ਇਹਨਾਂ ਨੇ ਡੀਜ਼ਲ ਤੇ ਐਕਸਾਈਜ਼ ਡਬਲ ਕਰਤੀ, ਐਕਸਾਈਜ਼ ਚਲੀ ਗਈ 31 ਰੁਪਏ 83 ਪੈਸੇ ਜੀ ਔਰ ਐਕਸਾਈਜ਼ ਪੈਟਰੋਲ ਦੇ ਉੱਪਰ ਚਲੀ ਗਈ 32 ਰੁਪਏ 98 ਪੈਸੇ। ਤੁਸੀਂ ਇਹ ਦੇਖੋ ਕਿ ਕੋਵਿਡ ਦੇ ਵਿੱਚ ਇੱਕ ਟਾਈਮ ਇਹੋ ਜਿਹਾ ਆਇਆ ਸੀ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਜ਼ੀਰੋ ਹੋ ਗਈਆਂ ਸੀ, ਮਾਈਨਸ ਹੋ ਗਈਆਂ ਸੀਗੀਆਂ, ਔਰ ਜਿਹੜੀ ਸ਼ੇਲ ਗੈਸ ਕੰਪਨੀ ਜਿਹੜੀ ਹੈ USA ਦੀ ਸਭ ਤੋਂ ਵੱਡੀ, ਜਾਂ OPEC ਕੰਪਨੀ ਮੈਨੂਫੈਕਚਰਿੰਗ ਜਿਹੜੀਆਂ ਹੈਗੀਆਂ ਤੁਹਾਡੀਆਂ ਅਰੇਬੀਅਨ ਕੰਟਰੀਜ਼, ਉਹ ਤੁਹਾਨੂੰ ਨਾਲ $2 ਹੈ ਜੀ, ਅੰਤਰਰਾਸ਼ਟਰੀ, ਉਹ $2 ਪਰ ਬੈਰਲ ਤੁਹਾਨੂੰ ਨਾਲ ਹੋਰ ਦੇ ਰਹੇ ਸੀ, ਹੋਰ ਵੀ ਦੇ ਰਹੇ ਸੀ ਵੀ ਸਾਡੇ ਤੋਂ ਮਾਲ ਚੱਕ ਲਓ ਫ੍ਰੀ ਜੀ। ਔਰ ਹਿੰਦੁਸਤਾਨ ਸਰਕਾਰ ਨੇ ਕੀ ਕੀਤਾ ਜੀ, ਜਿੰਨੀਆਂ ਕੰਪਨੀਆਂ ਨੇ ਉਹਨਾਂ ਨੇ ਜਿੰਨੇ
ਹਾਈ ਸੀਜ਼ ਦੇ ਉੱਪਰ ਮਾਲ ਸੀਗਾ ਸਾਰੇ ਦੇ ਸਾਰਾ ਖਰੀਦ ਲਿਆ ਜੀ ਉਹਨਾਂ ਦੀ ਜਿਹੜੀ ਕੀਮਤ ਹੈ ਉਹਨਾਂ ਦੀ ਕਾਸਟ ਪ੍ਰਾਈਸ ਹੋ ਗਈ ਜ਼ੀਰੋ ਜੀ ਜ਼ੀਰੋ ਕਾਸਟ ਪ੍ਰਾਈਸ ਦੇ ਉੱਪਰ ਉਹਨਾਂ ਨੇ ਮਾਲ ਖਰੀਦ ਕੇ ਆਪਣਾ 45 ਰੁਪਏ 43 ਰੁਪਏ ਐਕਸ ਰਿਫਾਈਨਰੀ ਪ੍ਰਾਈਸ ਤੇ ਵੇਚ ਕੇ ਉਸ ਤੋਂ ਬਾਅਦ ਸੈਂਟਰ ਨੇ ਐਕਸਾਈਜ਼ ਵਧਾਤੀ ਜੀ ਸਟੇਟ ਨੇ ਵੈਟ ਵਧਾਤਾ ਜਿਹੜਾ ਬੈਨੀਫਿਟ ਕਸਟਮਰ ਨੂੰ ਮਿਲਣਾ ਚਾਹੀਦਾ ਸੀ ਆਮ ਜਨਤਾ ਨੂੰ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਸਾਰਾ ਦਾ ਸਾਰਾ ਸਰਕਾਰਾਂ ਖਾ ਗਈਆਂ ਦੋਨੋਂ ਸਰਕਾਰ ਸੈਂਟਰ ਗਵਰਨਮੈਂਟ ਵੀ ਔਰ ਸਟੇਟ ਗਵਰਨਮੈਂਟ ਯਾਨੀ ਕਿ ਨਾ ਤਾਂ ਸਟੇਟ ਗਵਰਨਮੈਂਟ ਆਮ ਆਦਮੀ ਦੇ ਹੱਕ 'ਚ ਹੈ ਤੇ ਨਾ ਕੇਂਦਰ ਗਵਰਨਮੈਂਟ ਬਿਲਕੁਲ ਜੀ ਇਹ ਫਿਰ ਯਾਨੀ ਕਿ ਕਿਤੇ ਨਾ ਕਿਤੇ ਜਿਹੜੀਆਂ ਸਰਕਾਰਾਂ ਹੁਣ ਵੀ ਚੋਣਾਂ ਆਉਣ ਵਾਲੀਆਂ ਨੇ ਵਾਅਦੇ ਕਰਦੀਆਂ ਨੇ ਅਸੀਂ ਆਹ ਚੀਜ਼ ਘੱਟ ਕਰ ਦਾਂਗੇ ਆ ਜ਼ੀਰੋ ਰੇਟ ਤੇ ਵੀ ਸਾਨੂੰ ਨਹੀਂ ਬਖਸ਼ ਰਹੀਆਂ ਤਾਂ ਜੇ ਰੇਟ ਵੱਧ ਗਏ ਤਾਂ ਬੜਾ ਔਖਾ ਹੋ ਜਾਣਾ ਕੰਮ ਜ਼ੀਰੋ ਰੇਟ ਦੇ ਬਾਵਜੂਦ ਉਹਨਾਂ ਨੇ ਐਕਸਾਈਜ਼ ਵਧਾਤੀ ਜੀ ਐਕਸਾਈਜ਼ ਡਬਲ ਕਰਤੀ ਜਿਹੜਾ ਉਸ ਵੇਲੇ ਆਪਾਂ ਜੇ ਐਸਟੀਮੇਟ ਕਰੀਏ ਅੱਜ ਦੀ ਡੇਟ 'ਚ ਵੀ ਜੇ ਐਕਸਾਈਜ਼ ਰੋਲ ਬੈਕ ਕਰ ਲੈਣ ਜੀ 20 ਤੋਂ 25 ਰੁਪਏ ਡੀਜ਼ਲ ਘੱਟ ਸਕਦਾ 20 ਤੋਂ 25 ਰੁਪਏ ਪੈਟਰੋਲ ਘੱਟ ਸਕਦਾ ਹੁਣ ਗੱਲ ਕਰੀਏ ਆਪਾਂ ਸਟੇਟ ਗਵਰਨਮੈਂਟ ਦੀ ਜੀ ਪੰਜਾਬ ਸਰਕਾਰ ਦਾ ਇਹ ਹਾਲਾਤ ਨੇ ਜੀ ਕਿ ਸਰ ਸੁਖਬੀਰ ਸਿੰਘ ਬਾਦਲ ਦੇ ਟਾਈਮ 'ਚ 2015 ਦੇ ਵਿੱਚ ਜੀ ਪੈਟਰੋਲ ਦਾ ਤਾਂ ਜਿਹੜਾ ਫਰਕ ਹੈ 2001 ਤੋਂ ਚੱਲਿਆ ਆ ਰਿਹਾ ਚੰਡੀਗੜ੍ਹ ਦੇ ਨਾਲ ਤੇ ਡਿਸਪਿਊਟ ਚੱਲਦਾ ਆ ਰਿਹਾ ਜੀ ਲੇਕਿਨ 2015 ਦੇ ਵਿੱਚ ਸਰ ਸੁਖਬੀਰ ਸਿੰਘ ਬਾਦਲ ਨੇ ਡੀਜ਼ਲ ਦੀਆਂ ਪ੍ਰਾਈਸਿਸ ਸਾਰੀਆਂ ਬਰਾਬਰ ਕਰਾਤੀਆਂ ਸੀ ਡੀਜ਼ਲ ਤੇ ਪੈਟਰੋਲ ਸਿਰਫ ਡੀਜ਼ਲ ਦੀਆਂ ਅੱਛਾ ਜੀ ਗੁਆਂਢੀ ਰਾਜਾਂ 'ਚ ਨਾਰਥਰਨ ਸਟੇਟਸ ਹੋ ਗਿਆ ਜੀ ਹਿਮਾਚਲ ਜੰਮੂ ਕਸ਼ਮੀਰ ਪੰਜਾਬ ਹਰਿਆਣਾ ਔਰ ਦਿੱਲੀ ਜੀ ਯਾਨੀ ਨਾਰਥ ਰੀਜਨ ਨਾਰਥਰਨ ਰੀਜਨ ਦੇ ਵਿੱਚ ਪ੍ਰਾਈਸਿਸ ਬਰਾਬਰ ਕਰਾਤੀਆਂ ਸੀ ਠੀਕ ਹੈ ਉਸ ਤੋਂ ਬਾਅਦ ਜਦੋਂ ਇਹਦੇ ਨਾਲ ਕੀ ਫਰਕ ਪੈਂਦਾ ਥੋੜਾ ਰੋਕਣਾ ਚਾਹੁੰਦਾ ਤੁਹਾਨੂੰ ਜੇ ਪ੍ਰਾਈਸ ਬਰਾਬਰ ਹੋ ਗਏ ਫਿਰ ਕੀ ਫਰਕ ਪੈਂਦਾ ਆਮ ਆਦਮੀ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਇੱਕ ਕਹਾਵਤ ਹੈ ਕਿ ਓਪਰਚੁਨਿਟੀ ਬਰੀਡਸ ਕਰਪਸ਼ਨ ਜੀ ਜਦੋਂ ਰੇਟ ਡਿਫਰੈਂਸ ਹੋਏਗਾ ਸਮਗਲਿੰਗ ਵਧੇਗੀ ਸਮਗਲਿੰਗ ਮਾਫੀਆ ਪੈਦਾ ਹੋਏਗਾ ਠੀਕ ਹੈ ਉਸ ਵੇਲੇ ਹਾਲਾਤ ਇਹ ਸੀਗੇ ਜਦੋਂ ਰੇਟ ਡਿਫਰੈਂਸ ਹੋਵੇਗਾ ਫਰਜ਼ ਕਰੋ ਹਾਂ ਤੁਸੀਂ ਬਹੁਤ ਪ੍ਰੋਟੈਸਟ ਕੀਤਾ ਵੀ ਰੇਟ ਦੇ ਵਿੱਚ ਐਕਸਾਈਜ਼ ਦਾ ਰੇਟ ਫਰਕ ਹੁੰਦਾ ਤੇ ਪੈਟਰੋਲੀਅਮ ਦਾ ਰੇਟ ਫਰਕ ਹੁੰਦਾ ਚੰਡੀਗੜ੍ਹ ਦਾ ਵੈਟ ਦਾ ਹਾਂਜੀ ਵੈਟ ਜੀ ਐਕਸਾਈਜ਼ ਸੈਂਟਰ ਸਬਜੈਕਟ ਹੈ ਜੀ ਵੈਟ ਜਿਹੜਾ ਉਹ ਸਟੇਟ ਸਬਜੈਕਟ ਹੈ ਜੀ ਆਪਾਂ ਗੱਲ ਕਰ ਰਹੇ ਹਾਂ ਹੁਣ ਸਟੇਟ ਗਵਰਨਮੈਂਟ ਦਾ ਸਟੇਟ ਗਵਰਨਮੈਂਟ ਦਾ ਕੀ ਰੂਲ ਸੀਗਾ ਕਿ ਡੀਜ਼ਲ ਦੇ ਉੱਪਰ ਇਹਨਾਂ ਨੇ ਬਰਾਬਰ ਕਰਤਾ ਕਿਉਂ ਡੀਜ਼ਲ ਦੇ ਵਿੱਚ ਜਿਹੜੀ ਪੰਜਾਬ ਦੀ ਜਿਹੜੀ ਟੋਟਲ ਖਪਤ ਹੈ ਉਹਦੇ ਚ 45% ਜਿਹੜੀ ਖਪਤ ਹੈ ਉਹ ਹੈ ਫਾਰਮਰ ਸੀ ਜੀ ਉਸ ਤੋਂ ਬਾਅਦ 27% 25% ਦੇ ਕਰੀਬ ਹੈ ਟਰਾਂਸਪੋਰਟਰਸ ਜੀ ਇਹ ਹੋ ਗਿਆ 70% ਜੀ 15% ਦੇ ਕਰੀਬ ਇੰਡਸਟਰੀ ਕੰਜ਼ਿਊਮ ਕਰਦੀ ਹੈ 15 ਤੋਂ 20% ਜਿਹੜਾ 10 ਤੋਂ 15% ਬਚ ਗਿਆ ਜੀ ਉਹ ਹੈ ਆਮ ਜਨਤਾ ਜਿਹੜਾ ਆਪਾਂ ਰਿਟੇਲ ਕੰਜ਼ਿਊਮਰ ਕਹਿ ਰਹੇ ਵੀ ਆਪਾਂ ਆਪਣੀਆਂ ਗੱਡੀਆਂ 'ਚ ਡੀਜ਼ਲ ਪਵਾਇਆ ਜਾਂ ਕੁਝ ਕਰਵਾਇਆ ਇਹਦਾ ਮਤਲਬ ਜਦੋਂ ਡੀਜ਼ਲ ਦੀ ਕੀਮਤ ਪੰਜਾਬ 'ਚ ਵੱਧਦੀ ਹੈ ਜੀ ਸਾਰੇ ਦੇ ਸਾਰੇ ਵਰਗਾਂ ਨੂੰ ਫਰਕ ਪੈਂਦਾ ਸਭ ਤੋਂ ਪਹਿਲਾਂ ਫਾਰਮਰਸ ਉਸ ਤੋਂ ਬਾਅਦ ਟਰਾਂਸਪੋਰਟਰ ਜਦੋਂ ਟਰਾਂਸਪੋਰਟੇਸ਼ਨ ਵੱਧ ਗਈ ਤੇ ਮਹਿੰਗਾਈ ਆਟੋਮੈਟਿਕਲੀ ਵਧਣੀ ਹੈ ਜੀ ਜਿਹੜੀ ਢੋਆ ਢਾਈ ਦੇ ਸਮਾਨ ਦਾ ਰੇਟ ਵੱਧ ਜਾਂਦੇ ਅੱਜ ਦੀ ਡੇਟ 'ਚ ਮੈਂ ਤੁਹਾਨੂੰ ਹਾਲਾਤ ਦੱਸਣਾ ਚਾਹਾਂਗਾ ਪੰਜਾਬ ਦੇ ਜਿਹੜੇ ਜਿੰਨੇ ਗੁਆਂਢੀ ਰਾਜ ਨੇ ਆਸੇ-ਪਾਸੇ ਜੀ ਉਹ ਸਾਰੀਆਂ ਬੀਜੇਪੀ ਰੂਲਡ ਸਟੇਟਸ ਨੇ ਜੀ ਬੀਜੇਪੀ ਰੂਲਡ ਸਟੇਟਸ ਦੇ ਵਿੱਚ ਹਾਲਾਤ ਇਹ ਨੇ ਕਿ ਹਿਮਾਚਲ ਕਿੰਨੀ ਕੁ ਵੱਡੀ ਸਟੇਟ ਹੈ ਛੋਟੀ ਸਟੇਟ ਹੈ ਜੀ ਉਹ 5.5 ਰੁਪਏ ਅੱਜ ਡੀਜ਼ਲ ਪੰਜਾਬ ਨਾਲੋਂ ਸਸਤਾ ਹੈ 5.5 5.5 ਰੁਪਏ ਜੀ ਚੰਡੀਗੜ੍ਹ ਜਿਹੜਾ ਹੈ ਉਹ 3 ਰੁਪਏ 16 ਪੈਸੇ ਸਸਤਾ ਜੀ ਜਿਹੜਾ ਹਰਿਆਣਾ ਹੈ ਉਹ 2 ਰੁਪਏ 87 ਪੈਸੇ ਸਸਤਾ ਜੰਮੂ ਕਸ਼ਮੀਰ 2 ਰੁਪਏ 14 ਪੈਸੇ ਸਸਤਾ ਯਾਨੀ ਪੰਜਾਬ ਦਾ ਸਭ ਤੋਂ ਮਹਿੰਗਾ ਸਭ ਤੋਂ ਮਹਿੰਗਾ ਜੀ ਔਰ ਦੇਖੋ ਇਹਦੇ ਨਾਲ ਕੀ ਹੈ ਅਸੀਂ ਤਾਂ ਬਾਰ-ਬਾਰ ਕਹਿ ਰਹੇ ਹਾਂ ਕਿ ਜਿਵੇਂ ਸੈਂਡ ਮਾਫੀਆ ਲੈਂਡ ਮਾਫੀਆ ਉਸ ਤੋਂ ਬਾਅਦ ਹੁਣ ਆਇਲ ਮਾਫੀਆ ਪੈਦਾ ਹੋ ਗਿਆ ਆਇਲ ਮਾਫੀਆ ਕਿਵੇਂ ਹੁੰਦਾ ਸਮਗਲਿੰਗ ਕਿਵੇਂ ਹੁੰਦੀ ਹੈ ਜੀ ਸਮਗਲਿੰਗ ਦੋ ਤਰ੍ਹਾਂ ਦੀ ਹੈ ਇੱਕ ਆਪਾਂ ਗੱਲ ਕਰੀਏ ਲੀਗਲ ਸਮਗਲਿੰਗ ਦੂਸਰੀ ਹੈ ਇਲੀਗਲ ਸਮਗਲਿੰਗ ਜੀ ਲੀਗਲ ਸਮਗਲਿੰਗ ਦਾ ਮਤਲਬ ਇਹ ਹੈ ਕਿ ਜਿੰਨੇ ਹਿਮਾਚਲ ਦੇ ਨਾਲ ਲੱਗਦੇ ਆਪਣਾ ਪਿੰਡ ਨੇ ਪੰਜਾਬ ਦੇ ਉਹ ਜਿਹੜਾ ਫਾਰਮਰ ਹੈ ਉਹ ਹਿਮਾਚਲ ਜਾਏਗਾ ਉਨਿਤ ਚਲਾ ਜਾਏਗਾ ਹਮੀਰਪੁਰ ਚਲਾ ਗਿਆ ਨਾਲਾਗੜ੍ਹ ਚਲਾ ਗਿਆ ਉੱਥੋਂ ਆਪਣਾ ਡੀਜ਼ਲ ਦੇ 10 ਡਰਮ ਭਰਵਾ ਕੇ ਲਿਆਇਆ ਜੀ ਇਹ ਤਾਂ ਉਹਦੀ ਆਪਣੀ ਖਪਤ ਵਾਸਤੇ ਇਹ ਤਾਂ ਹੈ ਲੀਗਲ ਹੁਣ ਇਲੀਗਲ ਕਿਵੇਂ ਹੁੰਦੀ ਹੈ ਫਸਟ ਕਰੋ ਤੁਹਾਡੀ ਲੁਧਿਆਣੇ ਫੈਕਟਰੀ ਹੈ ਜੀ ਤੁਹਾਡੀਆਂ ਮਹੀਨੇ 'ਚ 10 ਗੱਡੀਆਂ ਲੱਗਦੀਆਂ ਨੇ ਡੀਜ਼ਲ ਦੀਆਂ ਜੀ ਇੱਕ ਗੱਡੀ ਦੇ ਵਿੱਚ 12,000 ਲੀਟਰ ਆਉਂਦਾ ਹੈ ਜੀ 5.5 ਰੁਪਏ ਦਾ ਫਰਕ ਪੈ ਗਿਆ ਜੀ ਡੀਜ਼ਲ ਦਾ ਤੁਸੀਂ ਹਿਮਾਚਲ ਤੋਂ ਲਿਆਓਗੇ ਗੱਡੀ ਹਿਮਾਚਲ ਤੋਂ ਪੂਰੀ 12,000 ਦੇ 12 60 ਤੇ 66,000 ਰੁਪਏ ਦਾ ਫਰਕ ਪੈ ਗਿਆ ਤੁਸੀਂ 10 ਗੱਡੀਆਂ ਲਈਆਂ ਤੁਹਾਨੂੰ 6.5 ਲੱਖ ਰੁਪਏ ਦਾ ਬਚ ਗਿਆ ਜੀ ਇਹ ਸਮਗਲਿੰਗ ਹੋ ਗਈ ਜੀ ਇਹ ਸਮਗਲਿੰਗ ਨੂੰ ਸਪੋਰਟ ਤਾਂ ਫਿਰ ਪੋਲੀਟੀਕਲ ਹੋਏਗੀ ਸਰ ਪੋਲੀਟੀਕਲ ਦੇਖੋ ਸਭ ਨੂੰ ਪਤਾ ਹੈ ਜੀ ਕਿ ਸਮਗਲਿੰਗ ਹੋ ਰਹੀ ਹੈ ਔਰ ਰੈਂਪੈਂਟ ਸਮਗਲਿੰਗ ਹੋ ਰਹੀ ਹੈ
ਔਰ ਇੱਕ ਗੱਲ ਮੈਂ ਹੋਰ ਦੱਸਣਾ ਚਾਹਾਂਗਾ, ਜਦੋਂ ਵੀ ਸਾਡੀ ਸਰਕਾਰ ਨਾਲ ਮੀਟਿੰਗਸ ਹੋਈਆਂ ਨੇ ਜੀ ਸਰ ਮਨਪ੍ਰੀਤ ਸਿੰਘ ਬਾਦਲ ਨਾਲ ਜਾਂ ਇਹਨਾਂ ਦੇ ਐਕਸਾਈਜ਼ ਮਹਿਕਮੇ ਨਾਲ, ਕਈ ਵਾਰੀ ਅਸੀਂ ਰਿਪਰੈਜ਼ੈਂਟੇਸ਼ਨ ਦੇ ਚੁੱਕੇ। ਜੀ ਇਹ ਗੱਲ ਕਰਦੇ ਨੇ ਜੀ, ਜਦੋਂ ਵੀ ਕੋਈ ਸੈਸ ਲਗਾਉਂਦੇ ਨੇ, ਹੁਣੇ ਇਹਨਾਂ ਨੇ ਰੀਸੈਂਟਲੀ ਜਨਵਰੀ ਦੇ ਵਿੱਚ 25 ਪੈਸੇ ਸੈਸ ਲਗਾਇਆ। ਜੀ ਅਸੀਂ ਇਹਨਾਂ ਨੂੰ ਕਹਿੰਦੇ ਆ ਕਿ ਜੀ, ਇਹ ਕਹਿੰਦੇ ਨੇ ਕਿ ਸਾਡਾ ਜੀ 100 ਕਰੋੜ ਰੁਪਏ ਦੀ ਐਡੀਸ਼ਨਲ ਆਮਦਨ ਹੋ ਜਾਏਗੀ। ਜੀ ਅਸੀਂ ਇਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਸਮਗਲਿੰਗ ਰੋਕ ਲਓ ਭਾਈ, ਤੁਸੀਂ ਡੀਜ਼ਲ ਦੀਆਂ ਕੀਮਤਾਂ ਗੁਆਂਢੀ ਰਾਜਾਂ ਦੇ ਬਰਾਬਰ ਕਰ ਦਿਓ, ਤੁਹਾਡਾ ਜਿਹੜਾ ਵੈਟ ਕਲੈਕਸ਼ਨ ਹੈ 500 ਕਰੋੜ ਵਧੇਗਾ। ਤੇ ਫਿਰ ਕਿਉਂ ਨਹੀਂ ਕਰ ਰਹੇ? ਵਜ੍ਹਾ ਕੀ ਹੈ ਸਰ ਇਹ ਹੁਣ ਸਰਕਾਰ ਹੀ ਦੱਸ ਸਕਦੀ ਹੈ ਕਿ ਕਿਉਂ ਨਹੀਂ ਕਰ ਰਹੇ। ਨਹੀਂ, ਫਿਰ ਤੁਹਾਡਾ ਵੀ ਸ਼ੰਕਾ ਤਾਂ ਕੁਝ ਹੋ ਗਿਆ, ਤੁਹਾਡਾ ਕੋਈ ਸਵਾਲ ਤਾਂ ਹੋਏਗਾ ਵੀ ਕਿਉਂ ਨਹੀਂ ਕਰ ਰਹੇ, ਇਹੋ ਜਿਹਾ ਕੀ ਕਾਰਨ ਹੈ? 500 ਕਰੋੜ ਦਾ ਮੁਨਾਫਾ ਨਹੀਂ ਲੈ ਰਹੇ ਇਹ? ਮੁਨਾਫਾ ਨਹੀਂ ਲੈ ਰਹੇ, ਉਹਨਾਂ ਦਾ ਕਾਰਨ ਇਹ ਹੈ ਸਰ ਕਿ ਦੇਖੋ ਕਿ ਪੋਲੀਟੀਕਲ ਵੱਡੇ ਬਿਲਕੁਲ ਪਿੱਛੇ ਨੇ। ਮੈਂ ਇਹ ਡਾਇਰੈਕਟਲੀ ਤਾਂ ਆਪਾਂ ਨਹੀਂ ਕਹਿ ਸਕਦੇ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਸਕਦਾ ਜੀ ਕਿ ਹਾਲਾਤ ਇੱਦਾਂ ਨੇ ਜੀ ਕਿ ਸਮਗਲਿੰਗ ਦੇ ਜਿਹੜੇ ਰੂਟ ਨੇ ਅਲੱਗ-ਅਲੱਗ ਨੇ। ਹੁਣ ਤਾਂ ਸਾਰੇ ਹੀ ਪੰਜਾਬ ਨੂੰ ਘਿਰ ਗਿਆ। ਇੱਕ ਮੈਂ ਤਾਂ ਹੋਰ ਦੱਸਣਾ ਚਾਹਾਂਗਾ ਕਿ ਜਿਹੜਾ ਰਾਜਸਥਾਨ ਹੈ ਜੀ ਉਹ ਵੀ ਕਾਂਗਰਸ ਰੂਲਡ ਸਟੇਟ ਹੈ। ਜੀ ਰਾਜਸਥਾਨ ਦੇ ਵਿੱਚ 9 ਰੁਪਏ 58 ਪੈਸੇ ਡੀਜ਼ਲ ਮਹਿੰਗਾ ਹੈ ਪੰਜਾਬ ਨਾਲੋਂ ਵੀ। ਡੀਜ਼ਲ ਮਹਿੰਗਾ? ਹਾਂਜੀ। ਅੱਛਾ ਜੀ। ਬਠਿੰਡੇ ਤੋਂ ਗੱਡੀ ਭਰਦੀ ਹੈ ਰਿਫਾਈਨਰੀ ਤੋਂ। ਜੀ ਰੂਟ ਹੈਗਾ ਜੀ ਬਠਿੰਡਾ, ਡੱਬ ਵਾਲੀ, ਗੁਮਜਾਲ ਔਰ ਉਸ ਤੋਂ ਬਾਅਦ ਹਨੂੰਮਾਨਗੜ੍ਹ। ਜੀ ਹੈਗਾ ਹਨੂੰਮਾਨਗੜ੍ਹ, ਠੀਕ ਹੈ। ਪੂਰੇ ਰੂਟ ਦੇ ਵਿੱਚ ਗੱਡੀ, ਇੱਕ ਜਿਹੜਾ ਡੀਲਰ ਹੈ ਜੀ ਜਾਂ ਵਪਾਰੀ ਹੈ ਕੋਈ ਵੀ, ਉਹਨੇ ਇੱਕ ਗੱਡੀ ਪਾਰ ਕਰਤੀ, ਉਹਨੂੰ 1,20,000 ਰੁਪਏ ਬਚ ਗਿਆ ਜੀ। ਜੀ ਵਾਪਸੀ ਤੇ ਡੱਬ ਵਾਲੀ ਹਰਿਆਣੇ ਜਾਂਦਾ। ਹਾਂਜੀ। ਹਰਿਆਣੇ ਦੇ ਵਿੱਚ ਪੈਟਰੋਲ ਸਾਡੇ ਨਾਲੋਂ 5.5 ਰੁਪਏ ਸਸਤਾ, ਉਹ ਪੈਟਰੋਲ ਭਰ ਕੇ ਲਿਆਂਦਾ। ਵੀ ਆਉਣ ਜਾਣ ਦੋਨੇ ਪਾਸੇ ਪ੍ਰੋਫਿਟ। ਦੋਨੋਂ ਪਾਸੇ ਪ੍ਰੋਫਿਟ ਹੈ। ਇੱਦਾਂ ਹੀ ਜੀ ਹਿਮਾਚਲ ਦੀ ਸਾਈਡ ਤੇ ਆਪਾਂ ਗੱਲ ਕਰੀਏ, ਹਿਮਾਚਲ ਹੁਸ਼ਿਆਰਪੁਰ ਸਾਰੀ ਜਿੰਨੀ ਬੈਲਟ ਹੈ, ਜੀ ਔਰ ਇਧਰ ਰੋਪੜ ਬੈਲਟ, ਰੋਪੜ ਬੈਲਟ ਦੇ ਵਿੱਚ ਸਮਗਲਿੰਗ ਰੈਂਪੈਂਟ ਹੋ ਰਹੀ ਹੈ। ਗੱਡੀਆਂ ਜਿਹੜੀਆਂ ਨੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੱਕ ਆ ਰਹੀਆਂ ਨੇ। ਜੀ ਠੀਕ ਹੈ। ਮੈਂ ਇਹ ਪੁੱਛਣਾ ਚਾਹਾਂਗਾ ਕਿ ਦੇਖੋ ਅਸੀਂ ਗੱਲ ਕਰਦੇ ਹਾਂ ਵੈਟ ਕਲੈਕਸ਼ਨ ਦੀ। ਹੁਣ ਵੈਟ ਕਲੈਕਸ਼ਨ, ਵੈਟ ਤੁਸੀਂ ਪੰਜਾਬ ਸਰਕਾਰ ਨੇ ਪਰਸੈਂਟੇਜ ਤੇ ਫਿਕਸ ਕਰਤਾ। ਜੀ ਜਦੋਂ ਵੀ ਸਾਡੀ ਉਹਨਾਂ ਨਾਲ ਮੀਟਿੰਗ ਹੁੰਦੀ ਹੈ, ਉਹ ਜਦੋਂ ਐਕਸਾਈਜ਼ ਮਹਿਕਮੇ ਨੂੰ ਇਹ ਸਾਡਾ ਭੇਜਦੇ ਨੇ ਕਿ ਵੀ ਇਹ 'ਤੇ ਤਹਿਕੀਕਾਤ ਕਰੋ, ਜੀ ਐਕਸਾਈਜ਼ ਮਹਿਕਮਾ ਇੱਕ ਨੋਟ ਲਿਖ ਕੇ ਭੇਜ ਦਿੰਦਾ ਕਿ ਜੀ ਸਾਡੀ ਵੈਟ ਕਲੈਕਸ਼ਨ ਪਿਛਲੇ ਸਾਲ ਨਾਲੋਂ 2% ਜਾਂ 3% ਵੱਧ ਗਈ ਹੈ। ਉਹ ਵਧਣ ਦੇ ਕਾਰਨ ਨਹੀਂ ਦੱਸਦਾ। ਸਭ ਤੋਂ ਵੱਡਾ ਕਾਰਨ ਇਹ ਹੈ ਜੀ ਕਿ ਜਿਹੜੀ ਅੱਜ ਤੋਂ 3 ਸਾਲ ਪਹਿਲਾਂ, 2 ਸਾਲ ਪਹਿਲਾਂ ਡੀਜ਼ਲ ਦੀ ਕੀਮਤ 45 ਰੁਪਏ ਸੀ। ਜੀ ਜਿਹੜਾ ਵੈਟ ਲੱਗ ਰਿਹਾ ਸੀ ਉਹ 45 ਰੁਪਏ ਤੇ ਲੱਗ ਰਿਹਾ ਸੀਗਾ। ਅੱਜ 92 ਰੁਪਏ ਹੋ ਗਈ ਤੇ 92 ਰੁਪਏ ਤੇ ਵੈਟ ਲੱਗਣਾ। ਵੈਟ ਇਜ਼ ਇਨ ਪਰਸੈਂਟੇਜ। ਜੇ 45 ਦਾ ਰੁਪਏ ਦਾ 20% ਲਗਾਓ ਤੁਸੀਂ, 19%, ਤੇ ਉਹ ਬਣਦਾ 9 ਰੁਪਏ। ਜੇ 92 ਰੁਪਏ ਦਾ ਤੁਸੀਂ ਲਗਾਓ 20%, ਉਹ ਬਣਦਾ 18 ਰੁਪਏ। ਐਕਸਾਈਜ਼ ਕਲੈਕਸ਼ਨ ਤਾਂ ਡਬਲ ਹੋ ਗਈ, ਬਟ ਇਨ ਟਰਮਸ ਆਫ ਲੀਟਰਸ, ਲੀਟਰਾਂ ਦੇ ਵਿੱਚ ਜੀ ਤੁਹਾਡੀ ਖਪਤ ਅੱਧੀ ਹੋ ਗਈ। ਖਪਤ ਅੱਧੀ ਹੋ ਗਈ ਤੁਹਾਡੀ, ਜਿਹੜੀ ਉਹ ਵੈਟ ਕਲੈਕਸ਼ਨ ਵੱਧ ਗਈ। ਵੈਟ ਕਲੈਕਸ਼ਨ ਵੱਧ ਗਈ, ਯਾਨੀ ਕਿ ਜਿਹੜੇ ਟੈਕਨੀਕਲ ਨੁਕਤੇ ਵਰਤ ਕੇ ਸਰਕਾਰ ਗੁੰਮਰਾਹ ਕਰ ਰਹੀ ਹੈ। ਗੁੰਮਰਾਹ ਕਰ ਰਹੇ ਨੇ, ਐਕਸਾਈਜ਼ ਮਹਿਕਮਾ ਗੁੰਮਰਾਹ ਕਰ ਰਿਹਾ ਜੀ। 100% ਐਕਸਾਈਜ਼ ਮਹਿਕਮਾ ਗੁੰਮਰਾਹ ਕਰ ਰਿਹਾ। ਵੀ ਸਰਕਾਰ ਦੇ ਅੰਡਰ ਹੀ ਐਕਸਾਈਜ਼ ਮਹਿਕਮਾ। ਬਿਲਕੁਲ। ਯਾਨੀ ਕਿ ਜਿਹੜੇ ਕੁਝ ਵੱਡੇ ਆਗੂ ਨੇ ਉਹਨਾਂ ਦੀ ਪੁਸ਼ਤ ਪਨਾਹੀ ਦੇ ਵਿੱਚ ਚੱਲ ਰਿਹਾ ਕੰਮ ਇਹ। ਹੋ ਸਕਦਾ ਜੀ, ਹੋ ਸਕਦਾ। ਅਸੀਂ ਇਹਦੇ ਬਾਰੇ ਕੁਝ ਡਾਇਰੈਕਟਲੀ ਨਹੀਂ ਕਹਿ ਤੁਸੀਂ ਸਕਦੇ। ਸਿੱਧਾ ਦੋਸ਼ ਨਹੀਂ ਲਾ ਸਕਦੇ। ਜੇ ਤੁਸੀਂ ਇਹ ਟੈਕਨੀਕਲ ਨੁਕਤੇ ਤੁਹਾਡੇ ਵਿੱਚੋਂ ਸਾਹਮਣੇ ਆ ਰਹੇ ਨੇ, ਉਹਦੇ ਚ ਸਰ ਅਸੀਂ ਤਾਂ ਇਹਨਾਂ ਨੂੰ ਇੱਥੇ ਤੱਕ ਆਫਰ ਦਿੱਤੀ ਹੈ। ਦੇਖੋ ਜੀ ਕਿਵੇਂ ਹੁੰਦਾ, ਮੈਂ ਦੱਸਦਾ। ਪੰਜਾਬ ਦੇ ਵਿੱਚ ਜੀ ਕੋਈ 3400 ਪੈਟਰੋਲ ਪੰਪ ਹੈ ਜੀ, ਜਿਹਦੇ ਵਿੱਚੋਂ ਹਾਈਵੇ ਤੇ ਜਿਹੜੇ ਪੈਟਰੋਲ ਪੰਪ ਨੇ ਜੀ ਉਹ ਕੋਈ ਅਪਰੋਕਸੀਮੇਟਲੀ 1200 ਤੋਂ ਉੱਪਰ ਪੈਟਰੋਲ ਪੰਪ ਹੈ ਜੀ। ਹੁਣ ਰੂਟ ਕੀ ਸੀਗਾ, ਨਾਰਮਲ ਕੀ ਹੁੰਦਾ ਹੈ, ਜਿਵੇਂ ਤੁਹਾਨੂੰ ਇੱਕ ਐਗਜ਼ਾਮਪਲ ਹੀ ਦੱਸ ਦਿੰਦਾ ਜੀ ਕਿ ਰੋਪੜ ਜ਼ਿਲ੍ਹੇ ਦੇ ਵਿੱਚ ਜਿਹੜਾ ਕੀਰਤਪੁਰ ਸਾਹਿਬ ਏਰੀਆ ਹੈ, ਜੀ ਕੀਰਤਪੁਰ ਸਾਹਿਬ ਦੇ ਨਾਲ ਬਿਲਾਸਪੁਰ ਹੈ। ਜੀ ਬਿਲਾਸਪੁਰ ਤੁਹਾਨੂੰ ਪਤਾ ਹੈ ਕਿ 4 ਬਹੁਤ ਵੱਡੇ ਸੀਮੈਂਟ ਪਲਾਂਟ ਨੇ। ਜੀ ਹੈਗੇ ਨੇ। ਸੀਮੈਂਟ ਪਲਾਂਟਾਂ ਤੋਂ ਰੋਜ਼ 3000 ਤੋਂ ਲੈ ਕੇ 3500 ਗੱਡੀ ਡਾਊਨਵਰਡ ਚੱਲਦੀ ਸਾਰੇ ਹਿੰਦੁਸਤਾਨ ਵਾਸਤੇ। ਜੀ ਜਦੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਹਿਮਾਚਲ ਦੇ ਬਰਾਬਰ ਸੀਗੀਆਂ ਪੰਜਾਬ 'ਚ ਜਾਂ ਪੰਜਾਬ 'ਚ ਘੱਟ ਸੀਗੀਆਂ, ਉਹ ਸਾਰੀ ਦੀ ਸਾਰੀ ਗੱਡੀ ਪੰਜਾਬ ਤੋਂ ਤੇਲ ਪਾਉਂਦੀ ਸੀ। ਸਾਰੀ ਦੀ ਸਾਰੀਆਂ ਜੀ। ਕਿਉਂ? ਉਹਨਾਂ ਨੂੰ ਦੇਖੋ ਉਹ ਗੱਡੀ ਭਰ ਕੇ ਚੱਲੇ,
ਪੰਜਾਬ ਦੇ ਵਿੱਚ ਹਾਈਵੇ ਦੇ ਉੱਪਰ ਨਾਲ ਢਾਬੇ ਨੇ, ਨਾਲੇ ਉਹਨਾਂ ਨੇ ਰੈਸਟ ਕੀਤਾ, ਕੁਝ ਕੀਤਾ, ਮਤਲਬ ਹੌਲੀ 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 ਸ਼ੰਭੂ ਬੈਰੀਅਰ ਤੱਕ ਪੂਰਾ ਰੂਟ ਹੈ ਜੀ। ਉਹ ਕਿਤੇ ਨਾ ਕਿਤੇ ਕਿਤੇ 2 ਗੱਡੀਆਂ ਰੁਕੀਆਂ, ਕਿਤੇ 4 ਰੁਕੀਆਂ, ਕੁਝ ਰੁਕੀਆਂ, ਸਾਰਾ ਦਾ ਸਾਰਾ ਵੈਟ ਦਾ ਫਾਇਦਾ ਪੰਜਾਬ ਸਰਕਾਰ ਨੂੰ ਹੁੰਦਾ ਸੀ ਜੀ। ਅੱਜ ਦੀ ਡੇਟ 'ਚ ਉਹ ਸਾਰੀਆਂ ਦੀਆਂ ਸਾਰੀਆਂ ਹਿਮਾਚਲ 'ਚੋਂ ਭਰਵਾ ਕੇ ਆਉਣ ਲੱਗ ਗਈਆਂ, ਸੇਲ ਟੁੱਟ ਗਈ ਜੀ। ਦੂਜਾ, ਜਿਹੜੇ ਪੰਜਾਬ ਦੇ ਟਰਾਂਸਪੋਰਟਰ ਨੇ, ਸਭ ਤੋਂ ਵੱਡਾ ਟਰਾਂਸਪੋਰਟੇਸ਼ਨ ਦਾ ਗੜ੍ਹ ਹੈ ਲੁਧਿਆਣਾ ਜੀ। ਲੁਧਿਆਣੇ ਦੇ ਕਿਸੇ ਟਰਾਂਸਪੋਰਟਰ ਨਾਲ ਗੱਲ ਕਰਕੇ ਦੇਖੋ ਕਿ ਵੀ ਕੀ ਉਹ ਪੰਜਾਬ ਦੇ ਕਿਸੇ ਪੰਪ ਤੋਂ ਤੇਲ ਪਵਾ ਰਿਹਾ? ਨਹੀਂ ਪਵਾ ਰਿਹਾ। ਵਜ੍ਹਾ ਰੇਟ ਡਿਫਰੈਂਸ ਜੀ। ਭਾਜੀ ਮੇਰੀ ਗੱਲ ਸੁਣੋ, ਹੁਣ ਜਿਹੜੇ ਰੇਟ ਬਰਾਬਰ ਕਰਨੇ ਹੁੰਦੇ ਸਰ, ਇਹ ਸੈਂਟਰ ਗਵਰਨਮੈਂਟ ਦੇ ਅੰਡਰ ਆਉਂਦਾ ਜਾਂ ਸਟੇਟਾਂ ਦੇ ਆਪਸ ਵਿੱਚ ਤਾਲਮੇਲ ਹੁੰਦਾ? ਦੇਖੋ ਸਰ, ਇਦਾਂ ਹੈ, ਜਿਹੜੀ ਸੈਂਟਰ ਨੇ ਮਾਰ ਮਾਰੀ ਹੈ ਉਹ ਸਾਰੀਆਂ ਸਟੇਟਾਂ ਨੂੰ ਬਰਾਬਰ ਮਾਰੀ ਹੈ ਜੀ। ਰਿਫਾਈਨਰੀ ਦੀ ਪ੍ਰਾਈਸ ਵੀ ਫਿਕਸਡ ਹੈ ਜੀ, ਔਰ ਜਿਹੜੀ ਵੈਟ ਆਪਣਾ ਐਕਸਾਈਜ਼ ਡਿਊਟੀ ਹੈ ਉਹ ਵੀ ਫਿਕਸ ਹੈ ਜੀ। ਉਹਦੇ 'ਚ ਕੋਈ ਅੰਤਰ ਨਹੀਂ। ਹਰ ਸਟੇਟ ਨੂੰ ਇੱਕ ਪਾਰਟਿਕੂਲਰ ਪ੍ਰਾਈਸ ਦੇ ਉੱਪਰ ਉਹਨਾਂ ਨੂੰ ਤੇਲ ਦੇ ਰਹੀ ਹੈ ਸੈਂਟਰ ਗਵਰਨਮੈਂਟ ਜੀ। ਬਾਕੀ ਜਿੰਨਾ ਡਿਫਰੈਂਸ ਆ ਰਿਹਾ, ਰੇਟ ਡਿਫਰੈਂਸ ਆ ਰਿਹਾ, ਇਹ ਸਿਰਫ ਔਰ ਸਿਰਫ ਵੈਟ ਦੇ ਕਾਰਨ ਆ ਰਿਹਾ, ਸਟੇਟ ਟੈਕਸਸ ਦੇ ਕਾਰਨ। ਯਾਨੀ ਸਟੇਟ ਦੀ ਆਪ ਦੀ ਜਿਹੜੀ ਅਧਿਕਾਰ ਖੇਤਰ ਚੀਜ਼ਾਂ ਆਉਂਦੀਆਂ ਉਹੀ ਉੱਪਰ ਥੱਲੇ ਹੋ ਰਹੀਆਂ। ਬਿਲਕੁਲ। ਇਹ ਬਰਾਬਰ ਵੀ ਹੋ ਸਕਦੀਆਂ ਜੇ ਲੋਕਾਂ ਦਾ ਭਲਾ ਚਾਹੋ। ਬਰਾਬਰ ਹੋਇਆ ਸੀ ਨਾ ਜੀ। ਤੁਸੀਂ ਇਹ ਦੇਖੋ 2015 ਦੇ ਵਿੱਚ ਸਰ ਸੁਖਬੀਰ ਸਿੰਘ ਬਾਦਲ ਨੇ ਬਰਾਬਰ ਕੀਤਾ ਸੀਗਾ। ਕਰਨ ਤੋਂ ਬਾਅਦ ਤੁਹਾਡੀਆਂ ਵੈਟ ਕਲੈਕਸ਼ਨਸ 2016 2017 ਦੀਆਂ ਕਲੈਕਸ਼ਨ ਦੇਖੋ, ਵੈਟ ਕਲੈਕਸ਼ਨਸ ਵਧੀਆ ਨੇ। ਚਲੋ ਇਹ ਗੱਲ ਤੁਸੀਂ ਮੰਨਦੇ ਹੋ ਵੀ ਜਾਣੀ ਕਿ ਸੁਖਬੀਰ ਸਿੰਘ ਬਾਦਲ ਦੀ ਅਕਾਲੀ ਦਲ ਸਰਕਾਰ ਨੇ ਇਸ ਚੀਜ਼ 'ਤੇ ਸੋਚਿਆ ਸੀਗਾ ਉਹ ਬਰਾਬਰ ਕਰ ਡੀਜ਼ਲ ਬਾਰੇ। ਅੱਛਾ, ਹੁਣ ਇਹ ਦੱਸੋ ਵੀ ਜਿਹੜੀ ਹੁਣ ਸਰਕਾਰ ਦੇ ਵਿੱਚ ਜਿਹੜੀ ਖਪਤ ਦੇ ਵਿੱਚ ਕਿੱਥੇ ਫਰਕ ਆਈ ਹੈ? ਆਮ ਲੋਕਾਂ ਨੂੰ ਕੀ ਫਰਕ ਪਿਆ, ਜਾਂ ਜਿਹੜੇ ਕਾਰੋਬਾਰੀ ਨੇ ਇਹਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਕੀ ਫਰਕ ਪਿਆ? ਦੇਖੋ ਜੀ, ਕਾਰੋਬਾਰੀ ਦਾ ਤਾਂ ਇਹ ਹਾਲ ਹੈ ਜੀ ਕਿ ਬਿਜਲੀ ਆ ਨਹੀਂ ਰਹੀ, ਸਭ ਕੁਝ ਉਹ ਡੀਜ਼ਲ ਤੇ ਡਿਪੈਂਡੈਂਟ ਨੇ ਜੀ। ਡੀਜ਼ਲ ਉਹ ਪੰਜਾਬ ਤੋਂ ਲੈ ਨਹੀਂ ਰਹੇ, ਮਤਲਬ ਸਰਕਾਰ ਨੂੰ ਤਾਂ ਹਰ ਪਾਸਿਓਂ ਨੁਕਸਾਨ ਹੈ ਜੀ। ਹੁਣ ਤੁਸੀਂ ਮੋਹਾਲੀ ਜ਼ਿਲ੍ਹੇ ਦਾ ਹੀ ਲੈ ਲਓ ਜੀ। ਮੋਹਾਲੀ ਜ਼ਿਲ੍ਹਾ, ਰੋਪੜ ਜ਼ਿਲ੍ਹੇ ਦੀ ਜਿੰਨੀ ਇੰਡਸਟਰੀ ਹੈ ਜੀ, ਉਹ ਸਾਰੀ ਦੀ ਸਾਰੀ ਡੀਜ਼ਲ ਤੇ ਚੱਲ ਰਹੀ ਹੈ, ਕਿਉਂਕਿ ਪਾਵਰ ਨਹੀਂ ਆ ਰਹੀ ਜੀ। ਵੈਸੇ ਵੀ ਇਹਨਾਂ ਨੇ ਕਹਿਤਾ ਕਿ 2 ਜਾਂ 3 ਦਿਨ ਦਾ ਕੱਟ ਲਗਾਉਣਾ ਸੀ ਜੀ। ਔਰ ਪੀਕ ਲੋਡ ਰਿਸਟ੍ਰਿਕਸ਼ਨ ਸ਼ੁਰੂ ਹੋ ਗਈਆਂ ਨੇ। ਜਦੋਂ ਪੀਕ ਲੋਡ ਰਿਸਟ੍ਰਿਕਸ਼ਨ ਸ਼ੁਰੂ ਹੁੰਦੀ ਹੈ ਤੇ ਇਹ ਵਪਾਰੀ ਡੀਜ਼ਲ ਵੱਲ ਭੱਜਦਾ ਕਿ ਵੀ ਡੀਜ਼ਲ ਨਾਲ ਅਸੀਂ ਆਪਣੀ ਫੈਕਟਰੀ ਚਲਾ ਲਈਏ ਜੀ। ਹੁਣ ਡੀਜ਼ਲ ਜੇ ਮੈਂ ਥੋੜਾ ਜਿਹਾ ਐਡ ਕਰਨਾ ਚਾਹਾਂਗਾ, ਕਿਸਾਨ ਵੀ ਡੀਜ਼ਲ ਨਾਲ ਹੀ ਜੁੜੇ ਹੋਏ ਨੇ। ਬਿਲਕੁਲ ਜੀ। ਕਿਸਾਨ ਦੀ ਗੱਲ ਕਰੀਏ ਕਿ ਕਿਸਾਨ ਜਦੋਂ 1 ਕਿੱਲਾ ਵਾਹੁੰਦਾ ਜੀ, ਉਹਦਾ ਅਪਰੋਕਸੀਮੇਟਲੀ ਜੇ ਆਪਾਂ ਗੱਲ ਕਰੀਏ ਵਾਹੁਣ ਦਾ 6 ਲੀਟਰ ਪ੍ਰਤੀ ਘੰਟਾ ਉਹਦੀ ਖਪਤ ਹੈ ਜੀ। ਜੇ ਚੰਡੀਗੜ੍ਹੋਂ ਲਿਆਏਗਾ ਜਾਂ ਹਿਮਾਚਲ ਤੋਂ ਲਿਆਏਗਾ, ਤੁਸੀਂ ਦੇਖ ਲਓ ਉਹਨੂੰ ਕਿੰਨਾ ਬਚੇਗਾ, 24 ਘੰਟੇ 'ਚ ਉਹਨੂੰ ਕਿੰਨਾ ਪੈਸਾ ਬਚ ਗਿਆ ਜੀ। ਅੱਜ ਦੀ ਡੇਟ 'ਚ ਜਿਹੜਾ ਵਪਾਰੀ ਹੈ ਉਹ ਤਾਂ ਸੋਰਸ ਕਰ ਰਿਹਾ ਚੰਡੀਗੜ੍ਹ ਤੋਂ, ਜਾਂ ਜਿਵੇਂ ਮੋਹਾਲੀ ਦੀ ਗੱਲ ਕਰੀਏ, ਸਾਰਾ ਦਾ ਸਾਰਾ ਵਪਾਰੀ ਚੰਡੀਗੜ੍ਹ ਤੋਂ ਸੋਰਸ ਕਰ ਰਿਹਾ ਕਿ ਉਹਨੂੰ 3 ਰੁਪਏ ਲੀਟਰ 4 ਰੁਪਏ ਲੀਟਰ ਸਸਤਾ ਫਰਕ ਮਿਲਦਾ ਜੀ। ਜਿਹੜਾ ਕਿਸਾਨ ਹੈ ਜੀ, ਜਿਹੜੇ ਬਾਰਡਰ ਜ਼ਿਲ੍ਹਿਆਂ 'ਚ ਨੇ, ਉਹ ਤਾਂ ਕਿਸਾਨ ਬਾਰਡਰ ਟੱਪਦੇ ਨੇ, ਆਪਣੇ ਵਾਸਤੇ ਰਿਕੁਆਇਰਮੈਂਟ ਪੂਰੀ ਕਰ ਲੈਂਦੇ ਨੇ। ਜਿਹੜੇ ਵਿੱਚ ਬੈਠੇ ਨੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਸੈਂਟਰ ਕੋਰ ਆਫ ਪੰਜਾਬ ਹੈ, ਉਹਨਾਂ ਵਾਸਤੇ ਕੋਈ ਹੱਲ ਨਹੀਂ, ਉਹਨਾਂ ਨੂੰ ਤਾਂ ਡਬਲ ਮਾਰ ਪੈ ਰਹੀ ਹੈ। ਯਾਨੀ ਕਾਰੋਬਾਰੀ ਨੂੰ ਡਬਲ ਮਾਰ ਪੈ ਰਹੀ ਹੈ। ਕਿਤੇ ਨਾ ਕਿਤੇ ਜਿਹੜੇ ਕਿਸਾਨ ਜਿਹੜੇ ਲਾਗਲੇ ਸੂਬਿਆਂ ਨਾਲ ਜੁੜਦੇ ਨੇ, ਜੁੜੀਆਂ ਹੋਈਆਂ ਹੱਦਾਂ ਲੱਗਦੀਆਂ ਨੇ, ਉੱਥੋਂ ਥੋੜਾ ਮੋਟਾ ਹੱਲ ਕਰ ਲੈਂਦੇ ਨੇ। ਕੁੱਲ ਮਿਲਾ ਕੇ ਜਿਹੜੇ ਕਾਰੋਬਾਰੀ ਨੇ ਪੰਜਾਬ ਦੀ GDP ਨੂੰ ਚੱਕਣਾ ਹੈ ਜਾਂ ਇੱਥੋਂ ਦੀ ਇੰਡਸਟਰੀ ਨੂੰ ਉਠਾਉਣਾ ਹੈ, ਉਹ ਮਾਰ ਹੇਠ ਹੈ। ਤੇ ਇਸ ਕਰਕੇ ਥੋੜਾ ਜਿਹਾ ਇਹ ਦੱਸੋ ਵੀ ਆਪਣੇ ਪੈਟਰੋਲ ਦੀ ਜਾਂ ਡੀਜ਼ਲ ਦੀ ਖਪਤ ਕਿੰਨੀ ਹੈ? ਖਪਤ ਦੇ ਕਾਰਨ ਕਿੰਨਾ ਅਸਰ ਪੈਂਦਾ ਸਰ? ਸਰ ਖਪਤ ਘਟ ਗਈ ਨਾ ਜੀ, ਹੁਣ ਤਾਂ ਬਹੁਤ ਜ਼ਿਆਦਾ ਘਟ ਗਈ, ਇਹਨਾਂ ਦਾ ਉਹ ਵੱਧ ਗਿਆ। ਕਿੰਨੀ ਘਟ ਗਈ ਖਪਤ? ਸਰ ਸਾਡੇ ਏਰੀਏ ਦੇ ਵਿੱਚ ਅਪਰੋਕਸੀਮੇਟਲੀ ਕੋਈ ਮੋਹਾਲੀ ਦੇ ਵਿੱਚ ਤਾਂ 25 ਤੋਂ 30% ਦਾ ਫਰਕ ਪੈ ਗਿਆ। 30% ਦਾ ਫਰਕ ਪੈ ਗਿਆ, ਖਪਤ ਘਟ। ਠੀਕ ਹੈ। ਤੇ ਇਹਦੇ ਨਾਲ ਜੇ ਆਪਾਂ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਕੋਈ 20% ਦੇ ਕਰੀਬ, 15 ਤੋਂ 20% ਦੇ ਕਰੀਬ ਮੇਰੇ ਕੋਲ ਫਿਗਰ ਹੈਗੀਆਂ ਨੇ ਪਿਛਲੇ ਸਾਲ ਦੀਆਂ ਜੀ ਕਿ 2019 20 21 ਦੇ ਵਿੱਚ ਜੇ ਆਪਾਂ ਮੈਟ੍ਰਿਕ ਟਨ ਦੇ ਵਿੱਚ ਗੱਲ ਕਰੀਏ, ਟੋਟਲ ਪੈਟਰੋਲੀਅਮ ਪ੍ਰੋਡਕਟਸ, ਉਹਦੇ 'ਚ LDO ਵੀ ਆ ਜਾਂਦਾ, ਫਰਨਸ ਆਇਲ ਵੀ ਆ ਜਾਂਦਾ, ਸਾਰਾ ਕੁਝ ਆ ਜਾਂਦਾ ਜੀ ਸਾਰਾ। ਇਹ ਪਿਛਲੇ ਸਾਲ 2019 20 ਦੇ ਵਿੱਚ ਖਪਤ ਸੀਗੀ 7113,000 ਮੈਟ੍ਰਿਕ ਟਨ ਜੀ। ਜਿਹੜੇ ਕੋਵਿਡ ਦੇ ਟਾਈਮ 'ਚ ਜੀ 59,33,000 ਮੈਟ੍ਰਿਕ ਟਨ
ਖਪਤ ਹੋਈ। ਇਹਦਾ ਮਤਲਬ ਇਹ 16% ਖਪਤ ਘਟ ਗਈ ਜੀ। ਤੁਸੀਂ ਦੂਜੇ ਪਾਸੇ ਆਓ, ਐਕਸਾਈਜ਼ ਜੀ ਜਿਹੜੀ ਵੈਟ ਹੈ, ਵੈਟ ਕਲੈਕਸ਼ਨ 20% ਵੱਧ ਗਈ, ਯਾਨੀ ਕੋਈ ਖਪਤ 20% ਘਟ ਗਈ, ਵੈਟ ਪਰ 20% ਵੱਧ ਗਿਆ। ਇਹਦਾ ਮਤਲਬ 40% ਦਾ ਫਰਕ ਪਾਤਾ ਸਰਕਾਰ ਨੇ ਜੀ। ਇਹਦੇ 'ਚ। ਸਿਰਫ ਇਸ ਕਲੈਕਸ਼ਨ ਦੇ ਵਿੱਚ ਸਿਰਫ ਸਟੇਟ ਗਵਰਨਮੈਂਟ ਹੀ ਜ਼ਿੰਮੇਵਾਰ ਹੈ। ਸਟੇਟ ਗਵਰਨਮੈਂਟ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਰ ਵੈਟ ਕਲੈਕਸ਼ਨ ਤਾਂ ਹੈ ਹੀ ਸਟੇਟ ਗਵਰਨਮੈਂਟ ਦੀ। ਇਹ PPAC ਦਾ ਡਾਟਾ ਹੈ, ਪੈਟਰੋਲੀਅਮ ਪਲੈਨਿੰਗ ਐਂਡ ਐਨਾਲਿਸਿਸ ਸੈੱਲ, ਜਿਹੜਾ ਗਵਰਨਮੈਂਟ ਆਫ ਇੰਡੀਆ ਦਾ, ਉਹਦੇ 'ਚ ਹਰ ਮਹੀਨੇ ਇਹਨਾਂ ਨੂੰ ਸਟੇਟਸ ਨੂੰ ਆਪਣਾ ਡਾਟਾ ਦੇਣਾ ਪੈਂਦਾ। ਇਹ ਜਿਹੜੀ ਸਰਕਾਰੀ ਡਾਟਾ ਹੈ, ਕੋਈ ਸਰਕਾਰੀ ਡਾਟਾ ਜੀ। ਉਹਦੇ ਵਿੱਚ ਸ਼ੋਅ ਹੋ ਰਿਹਾ ਕਿ ਸਟੇਟ ਗਵਰਨਮੈਂਟ ਆਪਦੇ ਨਿੱਜੀ ਮਫਾਦਾਂ ਲਈ ਕਾਰੋਬਾਰੀਆਂ ਨੂੰ ਸਿੱਕੇ ਤੇ ਟੰਗ ਰਹੀ ਹੈ, ਜੇ ਆਮ ਕਿਸਾਨੀ ਨੂੰ ਸਿੱਕੇ ਟੰਗ ਰਹੀ ਹੈ, ਤੇ ਆਮ ਲੋਕ ਤਾਂ ਨਾਲ ਟੰਗੀ ਜਾ ਰਹੇ। ਕਾਂਗਰਸ ਕਹਿੰਦੀ ਹੈ ਜੀ ਕਿ ਅਸੀਂ ਖਰਚੇ ਕਿੱਥੋਂ ਕਰਨੇ ਨੇ ਜੀ, ਅਸੀਂ ਆਪਣੀ ਤਨਖਾਹਾਂ ਕਿੱਥੋਂ ਦੇਣੀਆਂ ਨੇ ਜੀ। ਤੁਸੀਂ ਇਹ ਨਹੀਂ ਸੋਚ ਰਹੇ ਕਿ ਕਾਂਗਰਸ ਨੇ ਇੱਕ ਬਹੁਤ ਭਾਰੀ ਤੁਸੀਂ ਸਮਝ ਲਓ ਜ਼ੁਲਮ ਹੀ ਕੀਤਾ ਹੈ 1 ਸਾਲ ਪਹਿਲਾਂ। ਜੀ ਸ਼ਰਾਬ ਤੇ ਐਕਸਾਈਜ਼ ਡਿਊਟੀ ਘਟਾਤੀ ਜੀ। ਜੀ ਸ਼ਰਾਬ ਲਗਜ਼ਰੀ ਹੈ, ਜੀ ਮਤਲਬ ਜਿਹੜਾ ਆਮ ਜਨਤਾ ਨਾਲ ਤਾਂ ਨਹੀਂ ਨਾ ਜੁੜੀ ਹੋਈ ਸ਼ਰਾਬ। ਜੀ ਜੀ ਜੀ। ਹਾਂ, ਜੇ ਪੈਟਰੋਲ ਦੀ ਜਾਂ ਡੀਜ਼ਲ ਦੀ ਕੀਮਤ ਵੱਧਦੀ ਹੈ, ਜਿਹੜੀਆਂ ਸਾਰੀਆਂ ਵਸਤਾਂ ਢੋਆ ਢਵਾਈ ਸਭ ਕੁਝ ਵੱਧ ਜਾਂਦਾ, ਢੋਆ ਢਵਾਈ ਵੱਧ ਜਾਂਦੀ ਹੈ। ਸਭ ਤੋਂ ਪਹਿਲੀ ਗੱਲ ਹੈ ਜੀ ਕਿਸਾਨ ਨੂੰ ਅਸਰ ਪੈਂਦਾ, ਫਿਰ ਟਰਾਂਸਪੋਰਟੇਸ਼ਨ ਤੇ ਅਸਰ ਪੈਂਦਾ, ਅਲਟੀਮੇਟਲੀ ਮਹਿੰਗਾਈ ਵੱਧਦੀ ਹੈ। ਜੀ, ਮਤਲਬ ਜਿਹੜੀ ਸਬਜ਼ੀਆਂ ਤੁਸੀਂ ਪਿੰਡੋਂ ਲਿਆ ਰਹੇ ਹੋ, ਉਹ 'ਚ ਦੀ ਟਰਾਂਸਪੋਰਟੇਸ਼ਨ ਵੱਧ ਗਈ ਤੇ ਨੈਚੁਰਲੀ ਤੁਹਾਡੀ ਰਿਟੇਲ ਪ੍ਰਾਈਸ ਵੱਧ ਜਾਣੀ ਹੈ ਉਹਦੀ, ਸਾਰਾ ਕੁਝ। ਯਾਨੀ ਸਿੱਧਾ ਆਮ ਆਦਮੀ ਦੀ ਰਸੋਈ ਤੇ ਅਸਰ ਪੈਂਦਾ। ਬਿਲਕੁਲ ਜੀ। ਜਿਹੜੀਆਂ ਮੇਨ ਚੀਜ਼ਾਂ ਨੇ ਅਨਾਜ ਨਾਲ ਜੁੜੀਆਂ ਹੋਈਆਂ। ਅਸੀਂ ਇਹਨਾਂ ਨੂੰ ਇਹ ਸੁਜੈਸ਼ਨ ਦਿੱਤੀ, ਮੈਂ ਕਿਹਾ ਜੀ ਤੁਸੀਂ ਐਕਸਾਈਜ਼ ਜੀ ਸ਼ਰਾਬ ਦੇ ਉੱਪਰ 100 ਰੁਪਏ ਬੋਤਲ ਐਕਸਟਰਾ ਕਰ ਦਿਓ ਜੀ, ਜਾਂ ਕੋਈ ਵੀ ਅਮਾਊਂਟ ਐਕਸਟਰਾ ਕਰ ਦਿਓ। 100 ਰੁਪਈਆ ਜਿਹੜੀ ਮਹਿੰਗੀ ਸ਼ਰਾਬ ਹੈ ਉੱਤੇ 50 ਰੁਪਏ ਜਾਂ 20 ਰੁਪਏ ਤੁਸੀਂ ਐਕਸਾਈਜ਼ ਵਧਾ ਦਿਓ, ਤੁਹਾਨੂੰ ਕੁਝ ਹੋਰ ਕਰਨ ਦੀ ਲੋੜ ਹੀ ਨਹੀਂ। ਹਾਂ ਵੀ ਲਗਜ਼ਰੀ ਆਈਟਮ ਤੇ ਵਧਾ ਲਓ, ਜਿਹੜੀ ਲਗਜ਼ਰੀ ਆਈਟਮ ਤੇ ਵਧਾ ਦਿਓ। ਬਾਕੀ ਤੁਸੀਂ ਜਿਹੜੇ ਲਗਜ਼ਰੀ ਹੈ, ਤੁਸੀਂ AC ਹੈ, ਕੁਝ ਹੈ, ਇਲੈਕਟ੍ਰੋਨਿਕਸ ਹੈ, ਉਹਨਾਂ ਤੇ ਵੈਟ ਕਲੈਕਸ਼ਨ ਵਧਾ ਦਿਓ। ਚਲੋ ਫਿਰ ਥੋੜੀ ਇਹ ਗੱਲ ਮੰਨਦੇ ਕਿਉਂ ਨਹੀਂ? ਕੱਲੀ ਇਸ ਤੇ ਕਿਉਂ ਆਉਂਦੇ ਆ ਪੈਟਰੋਲੀਅਮ ਤੇ? ਵਜ੍ਹਾ ਕੀ ਲੱਗਦੀ ਹੈ ਤੁਹਾਨੂੰ? ਸਰ ਇਹ ਕਹਾਣੀ ਹੈ ਜੀ ਕਿ ਉਹਨਾਂ ਦੇ ਦਿਮਾਗ 'ਚ ਇੱਕ ਗੱਲ ਵਸੀ ਵੀ ਹੈ ਜੀ। ਪਹਿਲਾਂ ਤਾਂ ਜਦੋਂ ਅਸੀਂ ਗੱਲ ਕਰਦੇ ਸੀ, ਕਹਿੰਦੇ ਜੀ ਕੁਝ ਜ਼ਿਲ੍ਹਿਆਂ ਨੂੰ ਹੀ ਅਸਰ ਪੈਂਦਾ, ਜਿਵੇਂ ਪਹਿਲਾਂ ਚੰਡੀਗੜ੍ਹ ਦੇ ਨਾਲ ਫਰਕ ਸੀਗਾ ਜੀ, ਠੀਕ ਆ, ਕਹਿੰਦੇ ਚੱਲ ਕੋਈ ਗੱਲ ਨਹੀਂ ਯਾਰ ਚੰਡੀਗੜ੍ਹ ਨਾਲ ਫਰਕ ਪੈਂਦਾ, ਸਾਡਾ ਨਹੀਂ ਫਰਕ ਪੈਣਾ। ਅੱਜ ਹਾਲਾਤ ਦੇਖੋ ਭਾਈ ਸਾਹਿਬ ਕਿ ਜੇ ਮੈਂ ਇੱਕ ਹੋਰ ਪੁੱਛਦਾ ਕਿ ਪੰਜਾਬ ਸਰਕਾਰ ਦੇ ਐਸੇ ਕਿਹੜੇ ਖਰਚੇ ਨੇ ਜਿਹੜੀਆਂ BJP ਰੂਲਡ ਸਟੇਟਸ ਦੇ ਵਿੱਚ ਨਹੀਂ ਹੈਗੇ। ਜੀ ਹਰਿਆਣਾ ਖਰਚਾ ਕਰ ਰਿਹਾ ਆਪਣਾ, ਹਰਿਆਣੇ ਨੇ ਤਾਂ ਪੈਟਰੋਲ ਡੀਜ਼ਲ ਦੇ ਉੱਪਰ ਵੈਟ ਨਹੀਂ ਵਧਾਇਆ। ਜੀ, ਹਿਮਾਚਲ ਖਰਚਾ ਆਪਣਾ ਉਠਾ ਰਿਹਾ, ਜੰਮੂ ਕਸ਼ਮੀਰ ਆਪਣਾ ਉਠਾ ਰਿਹਾ, ਔਰ ਚੰਡੀਗੜ੍ਹ ਆਪਣਾ ਖਰਚਾ ਉਠਾ ਰਿਹਾ। ਸਿਰਫ ਔਰ ਸਿਰਫ ਪੰਜਾਬ ਸਰਕਾਰ ਨੂੰ ਹੀ ਪੈਟਰੋਲ ਡੀਜ਼ਲ ਦੇ ਮਗਰ ਪੈਣ ਦੀ। ਤੁਹਾਡੀ ਗੱਲ ਇੱਕ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਜਿਵੇਂ ਰੇਤ ਮਾਫੀਆ ਦੀ ਗੱਲ ਹੋ ਰਹੀ ਹੈ, ਸ਼ਰਾਬ ਮਾਫੀਆ ਦੀ ਗੱਲ ਹੋ ਰਹੀ ਹੈ, ਨਸ਼ਾ ਮਾਫੀਆ ਦੀ ਗੱਲ ਹੋ ਰਹੀ ਹੈ, ਕਿਤੇ ਨਾ ਕਿਤੇ ਆਇਲ ਮਾਫੀਆ ਵੀ ਹਜੇ ਲੋਕਾਂ ਦੀ ਨਜ਼ਰ 'ਚ ਨਹੀਂ ਆਇਆ, ਪਰ ਉੱਥੇ ਇੱਕ ਬਹੁਤ ਵੱਡਾ। ਸਰ ਆਇਲ ਮਾਫੀਆ ਸਭ ਨੂੰ ਸਰਕਾਰ ਨੂੰ ਪਤਾ ਹੈ, ਬਹੁਤ ਜ਼ਿਆਦਾ ਰੈਂਪੈਂਟ ਸਮਗਲਿੰਗ ਹੋ ਰਹੀ ਹੈ ਔਰ ਹੁਣ ਚਾਰੋਂ ਪਾਸੇ ਸਮਗਲਿੰਗ ਹੋ ਰਹੀ ਹੈ। ਤੁਸੀਂ ਆਪ ਸੋਚੋ ਨਾ ਜੀ ਕਿ ਸਮਗਲਿੰਗ ਕਿਉਂ ਨਹੀਂ ਹੋਏਗੀ ਜਦ ਰੇਟ ਡਿਫਰੈਂਸ ਹੀ ਇੰਨਾ ਜ਼ਿਆਦਾ ਹੈ। ਜੀ ਅੱਛਾ, ਇੱਕ ਥੋੜਾ ਜਿਹਾ ਤੁਸੀਂ ਦੱਸੋ ਕਿ ਜੇ ਆਪਾਂ ਸਮਗਲਿੰਗ ਦੀ ਗੱਲ ਕਰਦੇ ਹਾਂ ਤਾਂ ਕਿੰਨੇ ਕੇ ਪੈਸੇ ਦੀ ਸਮਗਲਿੰਗ ਹੋ ਜਾਂਦੀ ਹੈ ਪੰਜਾਬ ਦੇ ਵਿੱਚ? ਸਰ ਮੈਂ ਸੱਚ ਵੋਲਿਊਮ ਤਾਂ ਨਹੀਂ ਕਹਿ ਸਕਦਾ, ਬਟ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਆਪਣੀ ਜਿਹੜੀ ਡੀਜ਼ਲ ਦੀ ਖਪਤ ਹੈ ਜੀ, ਹਰ ਸਾਲ ਆਪਣੀ ਘਟਦੀ ਜਾ ਰਹੀ ਹੈ। ਯਾਨੀ ਜਿਹੜੀ ਘਟ ਰਹੀ ਹੈ ਦੂਸਰੇ ਪਾਸੋਂ ਆ ਰਹੀ ਹੈ। ਤੁਸੀਂ ਇਹ ਦੇਖੋ ਕਿ ਹਰਿਆਣਾ ਜੀ ਦੀਆਂ ਵੈਟ ਕਲੈਕਸ਼ਨਸ ਵੱਧ ਰਹੀਆਂ ਨੇ, ਕਨਸਟੈਂਟ ਗਰੋਥ ਹੈ ਜੀ। ਕਿਉਂ? ਅਸੀਂ ਆਪਣੀਆਂ ਸੇਲਸ ਥਾਲੀ 'ਚ ਪਾ ਕੇ ਹਰਿਆਣੇ ਨੂੰ ਦੇ ਰਹੇ ਹਾਂ, ਅਸੀਂ ਆਪਣੀਆਂ ਸੇਲਸ ਚੰਡੀਗੜ੍ਹ ਨੂੰ ਦੇ ਰਹੇ ਹਾਂ, ਆਪਣੀਆਂ ਸੇਲਸ ਅਸੀਂ ਹਿਮਾਚਲ ਨੂੰ ਦੇ ਰਹੇ ਹਾਂ, ਆਪਣੀਆਂ ਸੇਲਸ ਜਿਹੜੀਆਂ ਹੁਣ ਪਠਾਨਕੋਟ ਹੈ, ਪਠਾਨਕੋਟ ਦੀ ਸਾਰੀ ਸੇਲ ਜੰਮੂ ਚਲੀ ਗਈ। ਤੁਸੀਂ ਇਹ ਦੇਖੋ ਕਦੀ ਟਰੈਵਲ ਕਰੋ ਉਸ ਰੂਟਾਂ ਤੇ ਕਿ ਬਾਰਡਰ ਦੇ ਉੱਪਰ ਜਿੱਥੇ ਪਹਿਲਾਂ ਜਿਵੇਂ ਬਿਲਾਸਪੁਰ ਆਪਾਂ ਕੀਰਤਪੁਰ ਸਾਹਿਬ ਗੱਲ ਕਰੀਏ, ਪਹਿਲਾਂ ਇੱਕ ਪੰਪ ਹੁੰਦਾ ਸੀਗਾ 1 ਕਿਲੋਮੀਟਰ 'ਚ, ਹੁਣ 5-5 6-6 ਪੰਪ ਲੱਗ ਗਏ ਨੇ ਉੱਥੇ। ਯਾਨੀ ਕਹਿਣ ਦਾ ਮਤਲਬ ਕਿ ਸੱਤਾ ਦੇ ਵਿੱਚ ਬੈਠੀਆਂ ਕੁਝ ਵੱਡੀਆਂ ਰਸੂਖਦਾਰ ਧਿਰਾਂ ਇਸ ਮਾਫੀਏ ਨੂੰ ਚਲਾ ਰਹੀਆਂ। ਤੁਹਾਡੀਆਂ ਗੱਲਾਂ ਸਾਰੀਆਂ ਕਿਤੇ ਨਾ ਕਿਤੇ ਇਹ ਸੰਕੇਤ ਦੇਖੋ ਜੀ ਇੱਦਾਂ ਹੈ, ਤੁਹਾਨੂੰ ਮੈਂ ਇੱਕ ਹੋਰ ਯਾਦ ਕਰਾਵਾਂ, 2016 ਦੇ ਵਿੱਚ ਜੀ ਅਸੀਂ ਇੱਕ ਐਜੀਟੇਸ਼ਨ ਕੀਤੀ ਸੀ, ਭੁੱਖ ਹੜਤਾਲ ਕੀਤੀ ਸੀ ਚਾਵਲਾ ਜੀ ਦੇ ਪੰਪ ਤੇ ਜੀ 7 ਫੇਸ ਦੇ ਵਿੱਚ। ਉਸ ਵੇਲੇ ਸਾਰੇ ਦੀ ਸਾਰੀ ਕਾਂਗਰਸ ਦੀ ਲੀਡਰਸ਼ਿਪ ਜੀ ਸਾਡੇ ਕੋਲ ਆਈ ਸੀ ਭੁੱਖ ਹੜਤਾਲ ਤੋੜਵਾਉਣ। ਜੀ ਉਹ 'ਚ ਮਹਾਰਾਣੀ ਪ੍ਰਨੀਤ ਕੌਰ, ਸਰਦਾਰ ਬਲਬੀਰ ਸਿੰਘ ਸਿੱਧੂ, ਚਰਨਜੀਤ ਚੰਨੀ, ਦਵਿੰਦਰ ਢਿੱਲੋਂ, ਜੀ
ਠੀਕ ਹੈ। ਕੋਈ ਐਸਾ ਕਾਂਗਰਸ ਦਾ ਸਿਆਸਤਦਾਨ ਨਹੀਂ ਸੀ ਜਿਹੜਾ ਉਹਦਾ ਨਾਂ ਆਇਆ ਹੋਵੇ। ਉਹਨਾਂ ਨੇ ਸਾਡੀ ਭੁੱਖ ਹੜਤਾਲ ਤੋੜਵਾਈ ਜੀ। ਸਾਨੂੰ ਇਹ ਵਾਅਦਾ ਕੀਤਾ ਕਿ ਵੀ ਤੁਸੀਂ ਭੁੱਖ ਹੜਤਾਲ ਤੋੜੋ, ਸਾਨੂੰ ਇਸ ਪ੍ਰੋਬਲਮ ਤੋਂ ਅਸੀਂ ਜਾਗਰੂਕ ਹਾਂ। ਜੇ ਅਸੀਂ ਪਾਵਰ 'ਚ ਆ ਗਏ, ਅਸੀਂ ਰੇਟ ਐਟ ਪਾਰ ਵਿਦ ਨੇਬਰਿੰਗ ਸਟੇਟਸ ਕਰ ਦਿਆਂਗੇ। ਸਾਨੂੰ ਪਤਾ ਹੈ ਕਿ ਸਮਗਲਿੰਗ ਹੋ ਰਹੀ ਹੈ। ਯਾਨੀ ਸਰਕਾਰ ਨੇ ਸਰਕਾਰ ਤੋਂ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਸਾਨੂੰ। ਉਹਨਾਂ ਨੂੰ ਪਤਾ ਵੀ ਹੈ, ਤੁਹਾਡੇ ਕੋਲੇ ਮੰਨ ਕੇ ਆਏ ਹੈ, ਉਸ ਤੋਂ ਬਾਅਦ ਉਹਨਾਂ ਨੇ ਵਾਅਦਾ ਵੀ ਕੀਤਾ ਸੀ ਇਹ ਕਰਾਂਗੇ, ਪਰ ਹੁਣ ਸਰਕਾਰ ਹੁਣ ਦੇਖੋ 4.5 ਸਾਲ ਹੋ ਗਏ ਜੀ। 4.5 ਸਾਲ 'ਚ ਰੇਟ ਇਹਨਾਂ ਨੇ ਵਧਾ ਹੀ ਦਿੱਤਾ। ਫਰਕ ਇੰਨਾ ਪਾਤਾ, ਹੋਰ ਫਰਕ ਪਾਤਾ। ਯਾਨੀ ਕਿ ਹੋਰ ਉਸ ਨੂੰ ਸਮਗਲਿੰਗ ਨੂੰ ਹੱਲਾਸ਼ੇਰੀ ਦਿੱਤੀ ਹੈ। ਅੱਛਾ, ਤੁਹਾਡੀ ਕਿਸੇ ਖਾਸ ਉਸ ਭੁੱਖ ਹੜਤਾਲ ਤੋਂ ਬਾਅਦ ਕਿਸੇ ਖਾਸ ਮੰਤਰੀ ਨਾਲ, ਜਿਵੇਂ ਮਨਪ੍ਰੀਤ ਦੀ ਗੱਲ ਕਰੀਏ, ਵਿੱਤ ਮੰਤਰੀ ਨੇ, ਉਹਨਾਂ ਨਾਲ ਕਿਤੇ ਮੁਲਾਕਾਤ ਹੋਈ ਇਸ ਵਿਸ਼ੇ ਨੂੰ ਲੈ ਕੇ? ਕਈ ਵਾਰੀ ਮੁਲਾਕਾਤ ਸਾਡੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਨਾਲ ਹੋਈ ਹੈ, ਮਿਸਟਰ VK ਗਰਗ ਨਾਲ ਹੋਈ ਹੈ, ਤੁਹਾਡੇ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਨਾਲ ਹੋਈ ਹੈ, ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ ਨਾਲ ਹੋਈ ਹੈ। ਇਹ ਸਾਰੀ ਪ੍ਰੈਜੈਂਟੇਸ਼ਨ ਤੁਸੀਂ ਉਹਨਾਂ ਨੂੰ ਦਿੱਤੀ ਹੈ? ਸਭ ਦਿੱਤੀਆਂ ਹੋਈਆਂ ਜੀ, ਉਸ ਟਾਈਮ ਦੀਆਂ, ਮਤਲਬ ਟਾਈਮ ਟੂ ਟਾਈਮ ਪ੍ਰੈਜੈਂਟੇਸ਼ਨ। ਹਾਂ, ਲੇਕਿਨ ਪਿਛਲੇ ਜਦੋਂ ਦਾ ਕੋਵਿਡ ਆਇਆ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਬਿਲਕੁਲ ਸੰਪਰਕ 'ਚ ਨਹੀਂ ਹੈਗੇ। ਹਾਂ, ਕੋਵਿਡ ਕਰਕੇ ਕੁਛ ਨਾ ਕੁਛ ਬਹਾਨੇਬਾਜ਼ੀ ਕਰਕੇ ਮਿਲਦੇ ਵੀ ਨਹੀਂ ਗਏ। ਬਿਲਕੁਲ, ਉਦੋਂ ਮੰਨ ਗਏ ਸੀ ਸਾਰੀਆਂ ਗੱਲਾਂ। ਉਹਨਾਂ ਨੂੰ ਸਮਝਾਇਆ ਸੀ ਜੀ। ਉਹਨਾਂ ਨੇ ਕੀ ਕੀਤਾ, ਇੱਕ ਬੜੀ ਭਾਰੀ ਗਲਤੀ ਕੀਤੀ ਜੀ। ਅਸੀਂ ਇਹਨਾਂ ਨੂੰ ਕਿਹਾ ਕਿ ਭਾਈ ਜਿਹੜਾ ਪੰਜਾਬ ਦੀ ਜਿਹੜੀ ਰੋਜ਼ੀ ਰੋਟੀ ਹੈ ਨਾ ਜੀ, ਆਮ ਜਨਤਾ ਪੰਜਾਬ ਦੀ ਜਿਹੜੀ ਖਪਤ ਹੈ ਉਹ ਸ਼ਹਿਰੀ ਖਪਤ ਨਾਲੋਂ ਫਰਕ ਹੈ ਜੀ। ਸ਼ਹਿਰ ਦੇ ਵਿੱਚ 90% ਪੈਟਰੋਲ ਦੀ ਖਪਤ ਹੈ, 10% ਡੀਜ਼ਲ ਦੀ ਖਪਤ ਹੈ ਜੀ। ਪੰਜਾਬ ਦੇ ਵਿੱਚ 10% ਪੈਟਰੋਲ ਦੀ ਖਪਤ ਹੈ, 90% ਡੀਜ਼ਲ ਦੀ ਖਪਤ ਹੈ ਜੀ। ਅਸੀਂ ਇਹਨਾਂ ਨੂੰ ਕਿਹਾ ਸੀ, ਉਸ ਵੇਲੇ ਤੁਹਾਨੂੰ ਯਾਦ ਹੋਣਾ ਕਿ ਪੈਟਰੋਲ ਦਾ ਡਿਫਰੈਂਸ ਚੰਡੀਗੜ੍ਹ ਦੇ ਨਾਲ 10 ਰੁਪਏ ਹੋ ਗਿਆ ਸੀ ਜੀ। ਸੀਗਾ। ਔਰ ਡੀਜ਼ਲ ਦਾ ਜਿਹੜਾ ਫਰਕ ਸੀ 4 ਰੁਪਏ 80 ਪੈਸੇ 5 ਰੁਪਏ ਦੇ ਕਰੀਬ ਹੋ ਗਿਆ ਸੀ ਜੀ। ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ, ਪ੍ਰੈਜੈਂਟੇਸ਼ਨ ਦਿੱਤੀ ਕਿ ਤੁਸੀਂ ਸਾਡਾ ਸਿਰਫ ਡੀਜ਼ਲ ਬਰਾਬਰ ਕਰ ਦਿਓ, ਪੈਟਰੋਲ ਨਾ ਛੇੜੋ। ਤੁਸੀਂ ਸੋਚਦੇ ਹੋ ਕਿ ਜੀ ਪੈਟਰੋਲ ਤੋਂ ਤੁਹਾਨੂੰ ਰੈਵਨਿਊ ਆ ਰਿਹਾ, ਤੁਸੀਂ ਆਪਣੇ ਉਸ 'ਚ ਖੁਸ਼ ਰਹੋ ਜੀ, ਪੈਟਰੋਲ ਤੁਸੀਂ ਨਾ ਚੇਂਜ ਕਰੋ, ਲੇਕਿਨ ਡੀਜ਼ਲ ਬਰਾਬਰ ਕਰ ਦਿਓ। ਡੀਜ਼ਲ ਦੇ ਨਾਲ ਤੁਹਾਡਾ 500 ਕਰੋੜ ਰੁਪਈਆ ਰੈਵਨਿਊ ਵੱਧ ਜਾਏਗਾ। ਰੈਵਨਿਊ ਵੀ ਵੱਧ ਜਾਏਗਾ, ਆਮ ਆਦਮੀ ਨੂੰ ਵੀ ਬੈਲੈਂਸ ਮਿਲੇਗਾ, ਤੇ ਰੇਟ ਨਹੀਂ ਵਧਣਗੇ ਆਮ ਚੀਜ਼ਾਂ ਦੇ ਜੀ। ਔਰ ਇਹਨਾਂ ਨੇ ਕੀ ਕੀਤਾ ਜੀ, 5 ਰੁਪਏ ਪੈਟਰੋਲ ਘਟਾਤਾ, 2 ਰੁਪਏ ਡੀਜ਼ਲ ਘਟਾਤਾ। ਸਿਚੁਏਸ਼ਨ ਤਾਂ ਫਿਰ ਉਹੀ ਰਹੀ ਜੀ। ਡੀਜ਼ਲ ਦੀ ਸਿਚੁਏਸ਼ਨ ਫਿਰ ਉਹੀ ਰਹੀ, ਫਰਕ ਤਾਂ ਪਿਆ ਹੀ ਨਹੀਂ ਨਾ ਜੀ। ਹਾਲਾਂਕਿ ਜਦੋਂ ਤੁਹਾਡੇ ਕੋਲੇ, ਜਦੋਂ ਤੁਸੀਂ ਭੁੱਖ ਹੜਤਾਲ ਤੇ ਬੈਠੇ ਕਹਿੰਦੇ ਸੀ ਅਸੀਂ ਜਾਣਦੇ ਹਾਂ ਸਾਰਾ ਕੁਝ, ਸੋ ਦੱਸਣ ਤੋਂ ਬਾਅਦ ਵੀ ਕੁਝ ਨਹੀਂ ਕੀਤਾ ਉਹਨਾਂ ਨਹੀਂ। ਉਹਨਾਂ ਨੇ ਵਾਅਦਾ ਕੀਤਾ ਜੀ। ਅਸੀਂ ਉਸ ਤੋਂ ਬਾਅਦ ਸਾਰੀਆਂ ਪ੍ਰੈਜੈਂਟੇਸ਼ਨ ਦਿੱਤੀਆਂ, ਸਭ ਅਸੀਂ ਪੇਪਰ ਦੀਆਂ ਕਟਿੰਗਸ ਲਗਾਈਆਂ, ਜਿਸ 'ਚ ਮਹਾਰਾਣੀ ਪ੍ਰਨੀਤ ਕੌਰ ਨੇ ਭੁੱਖ ਹੜਤਾਲ ਤੁੜਵਾਈ, ਸਾਡੇ ਪਰਮਜੀਤ ਸਿੰਘ ਦੁਆਬਾ ਜਿਹੜੇ ਪ੍ਰਧਾਨ ਨੇ ਉਹ ਭੁੱਖ ਹੜਤਾਲ ਤੇ ਬੈਠੇ ਹੋਏ ਸੀ। ਕੈਪਟਨ ਸਾਹਿਬ ਹੈਗੇ ਨੇ ਮਹਾਰਾਣੀ ਦੇ ਪਤੀ, ਕੈਪਟਨ ਸਾਹਿਬ ਸਰਕਾਰ 'ਚ ਨੇ, ਉਹ ਕਰ ਸਕਦੇ ਮੇਰੇ ਸਾਨੂੰ ਉਹਨਾਂ ਦੀ ਗੱਲਬਾਤ। ਔਰ ਹੋਰ ਹੈ ਜੀ, ਅਸੀਂ ਕੈਪਟਨ ਸਾਹਿਬ ਨੂੰ ਵੀ ਮਿਲੇ। ਜਦੋਂ ਇਹ ਇਲੈਕਸ਼ਨਾਂ ਤੋਂ ਥੋੜ੍ਹੇ ਦਿਨ ਪਹਿਲਾਂ ਅਸੀਂ ਆਪਣਾ ਪਟਿਆਲੇ ਘਰ ਜਾ ਕੇ ਆਏ ਇਹਨਾਂ ਦੇ ਜੀ, ਪੈਲੇਸ ਵਿੱਚ ਜਾ ਕੇ ਅਸੀਂ ਬਕਾਇਦਾ ਕੈਪਟਨ ਸਾਹਿਬ ਨੂੰ ਪ੍ਰੈਜੈਂਟੇਸ਼ਨ ਦਿੱਤੀ ਜੀ। ਔਰ ਮਹਾਰਾਣੀ ਪ੍ਰਨੀਤ ਕੌਰ ਵੀ ਉੱਥੇ ਸੀਗੇ ਜੀ। ਬਹੁਤ ਡਿਟੇਲ 'ਚ ਸਮਝਾਇਆ, ਔਰ ਉਦੋਂ ਉਹਨਾਂ ਨੇ ਸਾਨੂੰ ਵਾਅਦਾ ਕੀਤਾ ਕਿ ਜੀ ਅਸੀਂ ਇਹ ਤੁਹਾਡਾ ਵਾਅਦਾ ਅਸੀਂ ਸਭ ਸਮਝ ਰਹੇ ਹਾਂ, ਅਸੀਂ ਰੇਟ ਡੀਜ਼ਲ ਦਾ ਬਰਾਬਰ ਕਰਾਂਗੇ। ਪਰ ਹਜੇ ਜਿਉਂ ਦੀ ਤਿਉਂ ਹੀ ਹੈ ਸਭ। ਨਹੀਂ ਜੀ, ਫਰਕ ਵੱਧਦਾ ਜਾ ਰਿਹਾ, ਯਾਨੀ ਹੋਰ ਫਰਕ ਪਾਈ ਜਾ ਰਿਹਾ ਡੀਜ਼ਲ ਦੇ ਵਿੱਚ। ਹੁਣ ਤਾਂ ਸਮਗਲਿੰਗ ਦੇ ਰੂਟ ਖੁੱਲ ਗਏ ਨਾ ਜੀ, ਹੋਰ ਖੁੱਲ ਗਏ ਜੀ। ਯਾਨੀ ਪਹਿਲਾਂ ਤਾਂ ਸਿਰਫ ਸਮਗਲਰ ਨੂੰ ਹੱਲਾਸ਼ੇਰੀ ਦਿੱਤੀ ਹੈ ਸਿੱਧੇ ਰੂਪ ਤੇ, ਇਹਨਾਂ ਤੇ ਸਰਕਾਰ ਦੇ ਵਿੱਚ ਆ ਕੇ। ਹਾਲਾਂਕਿ ਸਰਕਾਰ ਦੇ ਆਉਣ ਤੋਂ ਪਹਿਲਾਂ ਤੁਸੀਂ ਕਹਿੰਦੇ ਇੱਕ ਵਾਰੀ ਬਰਾਬਰ ਹੋ ਗਏ ਸੀ ਜੀ। ਯਾਨੀ ਫਿਰ ਡੀਜ਼ਲ ਦੇ ਬਰਾਬਰ ਹੋ ਗਏ ਸੀ। ਯਾਨੀ ਕਿ ਕਾਂਗਰਸ ਸਰਕਾਰ ਲੋਕ ਪੱਖੀ ਨਹੀਂ ਜਾਂ ਕਾਰੋਬਾਰੀ ਪੱਖੀ ਨਹੀਂ, ਕੁਝ ਵੀ ਕਹਿ ਸਕਦੇ ਜੀ ਆਪਾਂ। ਨਹੀਂ, ਤੁਸੀਂ ਵੀ ਕੁਝ ਕਹੋ। ਤੁਸੀਂ ਦੇਖੋ ਨਾ, ਕਾਰੋਬਾਰ ਦਾ ਤਾਂ ਪੱਠਾ ਹੀ ਬੈਠ ਗਿਆ ਜੀ। ਤੁਸੀਂ ਇਹ ਦੇਖੋ, ਜੇ ਡੀਜ਼ਲ ਮਹਿੰਗਾ ਹੋਏਗਾ ਰਾਜ ਵਿੱਚ, ਤੇ ਕਿਹੜੀ ਵੱਡੀ ਇੰਡਸਟਰੀ ਆਏਗੀ? ਇੰਡਸਟਰੀ ਨਹੀਂ ਆਏਗੀ, ਆਮ ਲੋਕ ਤੇ ਸਿੱਧਾ ਵਜਨ ਪਏਗਾ। ਜਿਹੜੀ ਢੋਆ-ਢੁਆਈ ਦਾ ਸਮਾਨ ਆ ਸਾਰਾ ਮਹਿੰਗਾ। ਤੁਸੀਂ ਇੱਕ ਦੱਸੋ ਨਾ ਵੀ ਕਾਂਗਰਸ ਸਰਕਾਰ ਲੋਕ ਪੱਖੀ ਨਹੀਂ, ਜਿਵੇਂ ਤੁਸੀਂ ਦੱਸ ਰਹੇ ਹੋ, ਤੁਹਾਡੀ ਗੱਲ ਤਾਂ ਤਸਦੀਕ ਇਹੀ ਕਰਦੀ। ਦੇਖੋ ਇਦਾਂ ਜੀ, ਇਹਦੇ 'ਚ ਬਹੁਤ ਪਰਸਨਲ ਹੋ ਜਾਏਗਾ ਕਮੈਂਟ। ਪਰਸਨਲ ਤਾਂ ਨਹੀਂ, ਤੁਹਾਡੇ ਅੰਕੜੇ ਬੋਲਦੇ ਆ ਤੁਹਾਡੇ ਸਾਹਮਣੇ। ਅੰਕੜੇ ਦੇਖੋ ਸਾਹਮਣੇ ਨੇ, ਲੈਟ ਦੀ ਫੈਕਟਸ ਸਪੀਕ ਜੀ। ਜਿਹੜੇ ਆਪਾਂ ਫੈਕਟਸ ਦਿੱਤੇ ਨੇ, ਮੈਂ ਤਾਂ ਅੱਜ ਵੀ ਕਹਿੰਦਾ ਕਿ ਅੱਜ ਰੇਟ ਬਰਾਬਰ ਕਰ ਦੇ ਸਰਕਾਰ ਜੀ, ਉਹਨਾਂ ਨੂੰ 400 ਕਰੋੜ ਰੁਪਏ 500 ਕਰੋੜ ਰੁਪਏ ਦਾ ਐਡੀਸ਼ਨਲ ਰੈਵਨਿਊ ਆਏਗਾ। ਉਹ ਜਿਹੜਾ ਕਹਿੰਦੇ ਨੇ ਕਿ ਜੀ ਪੈਟਰੋਲ ਡੀਜ਼ਲ ਦੇ ਰੇਟ ਵਧਾ ਕੇ ਹੀ, ਵੈਟ ਵਧਾ ਕੇ ਹੀ ਸਾਨੂੰ ਮਿਲੇਗਾ, ਅਸੀਂ ਕਹਿੰਦੇ ਆ ਵੈਟ ਘਟਾ ਕੇ ਤੁਹਾਨੂੰ ਐਡੀਸ਼ਨਲ ਰੈਵਨਿਊ ਮਿਲੇਗਾ। ਪਰ ਉਹ ਮੰਨ ਨਹੀਂ ਰਹੇ। ਅਸੀਂ ਉਹਨਾਂ ਨੂੰ ਇਹ ਕਿਹਾ, ਹੁਣ ਵੀ ਇਹੀ ਕਹਿੰਦੇ ਆ, ਅਸੀਂ ਸਾਡੀ ਇਹੀ ਰਿਕੁਐਸਟ ਹੈ ਕਿ ਜੀ ਤੁਸੀਂ ਪੈਟਰੋਲ ਨੂੰ ਨਾ ਛੇੜੋ ਫॉर ਦਾ ਟਾਈਮਿੰਗ ਜੀ, ਲੇਕਿਨ ਡੀਜ਼ਲ ਬਰਾਬਰ ਕਰ ਦਿਓ। ਦੇਖੋ ਉਹਦੇ ਨਾਲ ਕਿਸਾਨ ਵੀ ਸੁਖੀ, ਟਰਾਂਸਪੋਰਟਰ ਵੀ ਸੁਖੀ, ਵਪਾਰੀ ਵੀ ਸੁਖੀ, ਸਭ ਸੁਖੀ ਉਹਦੇ ਨਾਲ।
ਇੱਕ ਆਪਾਂ ਲਾਸਟ ਗੱਲ ਕਰਦੇ ਹਾਂ, ਇਹ ਤਾਂ ਕਾਰੋਬਾਰ ਨਾਲ ਜੁੜੀਆਂ ਹੋਈਆਂ ਟੈਕਨੀਕਲ ਗੱਲਾਂ ਹੋਈਆਂ, ਤਕਨੀਕੀ ਗੱਲਾਂ ਹੋ ਗਈਆਂ, ਸਰਕਾਰ ਨਾਲ ਜੁੜੀਆਂ ਹੋ ਗਈਆਂ ਜਿਹੜੇ ਉਹਨਾਂ ਦੇ ਹੱਕ 'ਚ। ਇਹ ਹੁਣ ਜਿਹੜੇ ਲਗਾਤਾਰ ਰੇਟ ਵੱਧ ਰਹੇ ਨੇ, ਸਰਕਾਰ ਨੂੰ ਤਾਂ 500 ਕਰੋੜ ਦਾ ਘਾਟਾ ਹੋ ਰਿਹਾ, ਚੱਲ ਰਹੀ ਹੈ, ਇੰਡਾਇਰੈਕਟਲੀ ਸਮਗਲਿੰਗ ਹੋ ਰਹੀ ਹੈ, ਜੋ ਵੀ ਹੈ ਕਿਤੇ ਨਾ ਕਿਤੇ ਤਾਂ ਫਾਇਦਾ ਹੋ ਰਿਹਾ। ਜਿਹੜਾ ਆਮ ਆਦਮੀ ਹੈ, ਆਮ ਆਦਮੀ ਦੀ ਕਿੰਨੀ ਕੁ ਦਰ ਵਧੀ ਹੈ ਮਹਿੰਗਾਈ ਦੀ ਤੁਹਾਡੇ ਹਿਸਾਬ ਨਾਲ? ਵੀ ਜੇ ਪਹਿਲਾਂ ਆਪਾਂ ਗੱਲ ਕਰੀਏ ਪੈਟਰੋਲ ਦੇ ਹਿਸਾਬ ਨਾਲ ਜਾਂ ਡੀਜ਼ਲ ਦੇ ਹਿਸਾਬ ਨਾਲ। ਸਰ ਪੈਟਰੋਲ ਕੀ ਤੁਸੀਂ ਇਹ ਵੇਖੋ ਕਿਹੜੀ ਚੀਜ਼ ਨਹੀਂ ਮਹਿੰਗੀ ਹੋਈ। ਤੁਸੀਂ ਸਰੋਂ ਦਾ ਤੇਲ ਲੈ ਲਓ, 130 ਰੁਪਏ ਲੀਟਰ ਸੀਗਾ ਪਿਛਲੇ ਸਾਲ, ਅੱਜ 210 ਰੁਪਏ ਹੋ ਗਿਆ ਜੀ। ਠੀਕ ਹੈ। ਰਿਫਾਈਨਡ ਆਇਲ, ਇਹ ਤਾਂ ਬੇਸਿਕ ਚੀਜ਼ਾਂ ਨੇ ਨਾ ਜੀ ਘਰ 'ਚ। ਰਿਫਾਈਨਡ ਆਇਲ ਜਿਹੜਾ ਅਸੀਂ 95 ਰੁਪਏ ਫੋਰਚੂਨ ਦਾ ਲੈਂਦੇ ਸੀਗੇ, ਅੱਜ 145 ਰੁਪਏ ਹੋ ਗਿਆ ਜੀ। ਚਾਹ ਜਿਹੜੀ ਆਪਾਂ ਗੱਲ ਕਰਦੇ ਹਾਂ, ਚਾਹ ਦਾ ਪੈਕਟ ਜੀ। ਟਾਟਾ ਟੀ ਦੀ ਗੱਲ ਕਰੀਏ ਜੀ। ਟਾਟਾ ਟੀ 280 ਰੁਪਏ ਦਾ ਸੀ, ਅੱਜ 465 ਰੁਪਏ ਹੋ ਗਿਆ। ਇਹ ਕਿਤੇ ਨਾ ਕਿਤੇ ਡੀਜ਼ਲ ਔਰ ਦੀ ਹੀ ਮਾਰ ਪਈ ਹੈ ਨਾ ਜੀ। ਮਹਿੰਗਾਈ ਕਿਵੇਂ ਵਧੀ ਹੈ ਜੀ? ਸਿਰਫ ਪਹਿਲਾਂ ਤਾਂ ਕਾਸਟ ਆਫ ਡੀਜ਼ਲ ਵਧਾਉਣ ਦੇ ਨਾਲ ਜੀ ਕਾਸਟ ਆਫ ਪ੍ਰੋਡਕਸ਼ਨ ਵੱਧ ਗਈ ਫੈਕਟਰੀਆਂ ਦੀ। ਜੀ। ਉਹਨਾਂ ਨੇ ਉਹ ਜਿਹੜਾ ਡਿਫਰੈਂਸ ਹੈ ਕਸਟਮਰ ਤੇ ਪਾਸ ਆਨ ਕਰਤਾ। ਜੀ। ਉਸ ਤੋਂ ਬਾਅਦ ਟਰਾਂਸਪੋਰਟੇਸ਼ਨ ਕਾਸਟ ਵੱਧ ਗਈ, ਜੀ। ਉਹ ਵੀ ਕਸਟਮਰ ਤੇ ਲੋਡ ਪੈ ਗਿਆ। ਜੀ। ਜਦੋਂ ਇਹਦੇ ਨਾਲ ਵਪਾਰੀ ਦਾ ਜਿਹੜਾ ਪੈਸੇ ਦੀ ਇਨਵੋਲਵਮੈਂਟ ਹੈ ਉਹ ਵੀ ਵੱਧ ਗਈ। ਜਦੋਂ ਪੈਸੇ ਦੀ ਇਨਵੋਲਵਮੈਂਟ ਵੱਧ ਗਈ ਤੇ ਵਪਾਰੀ ਨੇ ਆਪਣਾ ਮਾਰਜਨ ਵੱਧ ਰੱਖ ਲਿਆ। ਜੀ। ਇਹ ਮਾਰ ਕਿੱਥੇ ਪਈ? ਕੰਜ਼ਿਊਮਰ ਨੂੰ, ਖਪਤਕਾਰ ਨੂੰ ਪਈ। ਖਪਤਕਾਰ ਨੂੰ। ਅਲਟੀਮੇਟਲੀ ਤਾਂ ਜਿਹੜਾ ਇਫੈਕਟ ਪੈ ਰਿਹਾ ਖਪਤਕਾਰ ਨਹੀਂ ਪੈ ਰਿਹਾ ਨਾ ਜੀ। ਮੈਂ ਤਾਂ ਇਹੀ ਕਹਾਂਗਾ ਕਿ ਪੰਜਾਬ ਸਰਕਾਰ ਅੱਜ ਦੀ ਡੇਟ 'ਚ ਵੀ ਦੇਖੋ ਅਜੇ ਉਹਨਾਂ ਦੇ 6 ਮਹੀਨੇ ਪਏ ਨੇ ਜੀ। ਜਿਹੜਾ ਸਾਡੇ ਨਾਲ ਉਹਨਾਂ ਨੇ ਵਾਅਦਾ ਕੀਤਾ ਸੀਗਾ, ਮੈਂ ਉਹਨਾਂ ਨੂੰ ਹੱਥ ਜੋੜ ਕੇ ਫਿਰ ਬੇਨਤੀ ਕਰਦਾ ਕਿ ਜੀ 6 ਮਹੀਨੇ ਰਹਿ ਗਏ ਨੇ, 6 ਮਹੀਨਿਆਂ 'ਚ ਤੁਸੀਂ ਟਰਾਇਲ ਕਰ ਲਓ, ਡੀਜ਼ਲ ਦੀਆਂ ਰੇਟ ਜਿਹੜੇ ਨੇ ਗੁਆਂਢੀ ਰਾਜਾਂ ਨਾਲ ਬਰਾਬਰ ਕਰ ਦਿਓ ਔਰ ਮਹੀਨਾ ਦਰ ਮਹੀਨਾ ਤੁਸੀਂ ਰੈਵਨਿਊ ਆਪਣਾ ਦੇਖੋ, ਤੁਹਾਡਾ ਰੈਵਨਿਊ ਆਟੋਮੈਟਿਕਲੀ ਵਧੇਗਾ, ਘਟੇਗਾ ਨਹੀਂ, ਵਧੇਗਾ ਰੈਵਨਿਊ। ਇਹ ਫਿਰ ਜਿਹੜਾ ਹੁਣ ਤੱਕ ਨਹੀਂ ਹੋਇਆ, ਇਹ ਫਿਰ ਜਾਣੀ ਮੁੱਖ ਮੰਤਰੀ ਦਾ ਫੇਲਿਅਰ ਹੈ ਜਾਂ ਜਿਹੜੇ ਰਿਪਰੈਜ਼ੈਂਟ ਕਰਦੇ ਨੇ ਆਪਣੇ ਆਗੂ? ਦੇਖੋ ਜੀ, ਜਿਹੜੇ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਦਾ ਹੈ, ਜਿਹੜਾ ਜਿਹਨੇ ਪ੍ਰੈਜ਼ੈਂਟੇਸ਼ਨ ਦੇਣੀ ਹੈ ਜੀ, ਜਿਹੜਾ ਮਤਲਬ ਮੁੱਖ ਮੰਤਰੀ ਆ, ਮੁੱਖ ਮੰਤਰੀ ਨੇ ਆਪ ਤਾਂ ਜਾਣਾ ਨਹੀਂ ਇਸ ਲੈਵਲ ਤੇ। ਨਹੀਂ, ਕਮਾਂਡ ਤਾਂ ਹੈ ਨਾ। ਹਾਂ, ਕਮਾਂਡ ਅਲੱਗ ਚੀਜ਼ ਹੈ, ਲੇਕਿਨ ਜਦੋਂ ਆਣਾ ਤਾਂ ਐਕਸਾਈਜ਼ ਮਹਿਕਮੇ ਤੋਂ ਹੀ ਹੈ ਨਾ ਜੀ। ਹੁਣ ਤੁਸੀਂ ਆ ਵੇਖੋ ਕਿ ਮੈਂ ਤੁਹਾਨੂੰ ਫਿਗਰ ਤੇ ਇਹਨਾਂ ਫਿਗਰ ਦੇ ਵਿੱਚ ਜੀ ਮੁੱਖ ਮੰਤਰੀ ਕੀ ਕਰੇਗਾ। 2019-20 ਦੇ ਵਿੱਚ 5548 ਕਰੋੜ ਰੁਪਏ ਵੈਟ ਕਲੈਕਸ਼ਨ ਹੋਈ ਪੈਟਰੋਲ ਡੀਜ਼ਲ ਤੋਂ। 2020-21 ਚ 6291 ਕਰੋੜ ਹੋਈ। ਹੁਣ ਇਹ ਕਿਤਾਬਾਂ ਤਾਂ ਇਹ ਬੋਲ ਰਹੀਆਂ ਕਿ ਰੇਟ ਵਧੇ ਹੈ, ਮਤਲਬ ਕਲੈਕਸ਼ਨਸ ਵੱਧ ਗਈਆਂ। ਜਿਹੜਾ ਕਲੈਕਸ਼ਨਸ ਵਧਣ ਦਾ ਕਾਰਨ ਹੈ ਉਹ ਮਹਿਕਮੇ ਨਹੀਂ ਦੱਸ ਰਹੇ। ਕਾਰਨ ਬਣ ਰਿਹਾ ਕਿ ਬੇਸਿਕ ਪ੍ਰਾਈਸ ਵੱਧਦੀ ਜਾ ਰਹੀ ਹੈ। ਨਹੀਂ, ਦੋ ਗੱਲਾਂ ਨੇ। ਮਹਿਕਮੇ ਨਹੀਂ ਦੱਸ ਰਹੇ, ਜਿਹੜੇ ਸਰਕਾਰ ਲੋਕਾਂ ਦੇ ਨੁਮਾਇੰਦੇ ਚੁਣ ਕੇ ਭੇਜੇ ਉਹ ਪੁੱਛ ਤਾਂ ਸਕਦੇ ਕਿੰਨੇ ਵਾਰੀ ਤੁਸੀਂ ਮਿਲ ਚੁੱਕੇ ਆ। ਹਾਲਾਂਕਿ ਤੁਹਾਡੇ ਕਹਿਣ ਦੇ ਮਤਲਬ ਇਹ ਹੈ ਕਿ ਜਦੋਂ ਤੁਸੀਂ ਭੁੱਖ ਹੜਤਾਲ ਤੇ ਬੈਠੇ ਤੋਂ ਸਾਰਾ ਕੁਝ ਪਤਾ ਸੀਗਾ। ਕਿਤੇ ਨਾ ਕਿਤੇ ਜਿਹੜਾ ਤੁਸੀਂ ਇੱਕ ਇਸ਼ਾਰਾ ਹੋਰ ਵੀ ਕੀਤਾ ਸੀ ਕਿ ਕੋਈ ਵੱਡੇ ਰਸੂਖਦਾਰ ਧਿਰਾਂ ਇਹਦੇ ਵਿੱਚ ਜੁੜੀਆਂ ਹੋਈਆਂ ਨੇ, ਜਿਹੜੀ ਐਡੀ ਵੱਡੀ ਗੱਲ ਪਤਾ ਦੇਖੋ ਜੀ, ਹੋ ਸਕਦਾ ਕਿ ਵੀ ਕੋਈ ਨਾ ਕੋਈ ਇਹੋ ਜਿਹੀ ਫੋਰਸ ਹੈ ਜਿਹੜੀ ਇਹਨੂੰ ਨਹੀਂ ਹੋਣ ਦੇ ਰਹੀ ਤੇ ਸਰਕਾਰ ਨਾਲ ਕੁਝ ਵੀ ਕਹਿ ਸਕਦੇ ਆਪਾਂ ਜੀ। ਠੀਕ ਹੈ ਨਾ। ਇਹ ਕਿਉਂਕਿ ਦੇਖੋ ਸਰਕਾਰ ਦੇ ਦੇਖੋ ਅੰਕੜੇ ਸਾਹਮਣੇ ਨੇ, ਅੰਕੜੇ ਸਾਹਮਣੇ ਨੇ, ਸਰਕਾਰੀ ਰਿਪੋਰਟ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ। 5548 ਕਰੋੜ ਰੁਪਈਆ ਵੈਟ ਕਲੈਕਸ਼ਨ ਹੋਈਆਂ 2019-20 ਚ ਪੰਜਾਬ ਦੀਆਂ ਜੀ ਪੈਟਰੋਲੀਅਮ ਪ੍ਰੋਡਕਟਸ ਤੇ। ਔਰ 2020-21 ਚ ਜਦੋਂ ਲੋਕਡਾਊਨ ਸੀਗਾ, ਜਦੋਂ 40% 30% ਖਪਤ ਘਟ ਗਈ ਸੀ ਪੰਜਾਬ ਦੇ ਵਿੱਚ, 6291 ਹੋਈਆਂ ਜੀ। ਇਹਦਾ ਮਤਲਬ ਇਹਦੀ ਗਰੋਥ ਹੈਗੀ ਹੈ ਅਪਰੋਕਸੀਮੇਟਲੀ 16% ਦੀ। 16% ਵੈਟ ਕਲੈਕਸ਼ਨ ਵੱਧ ਗਈਆਂ। ਕਿਵੇਂ ਵੱਧ ਗਈਆਂ ਵੈਟ ਕਲੈਕਸ਼ਨ? ਬੇਸਿਕ ਰੇਟ ਦੇ ਨਾਲ। ਅਸੀਂ ਇਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਲੀਟਰਾਂ ਦੇ ਵਿੱਚ ਲਓ ਹਮੇਸ਼ਾ। ਪੰਜਾਬ ਦੀ ਜਿਹੜੀ ਖਪਤ ਸੀ ਜੀ 2015 ਚ ਕੀ ਸੀ ਲੀਟਰਾਂ 'ਚ? ਡੀਜ਼ਲ ਕਿੰਨਾ ਖਪਤ ਹੋਇਆ, 2016 ਚ ਕਿੰਨਾ ਹੋਇਆ, 17 ਚ ਕਿੰਨਾ ਹੋਇਆ, 18 ਚ ਕਿੰਨਾ ਹੋਇਆ, ਇੱਦਾਂ ਫਿਗਰਸ ਲਓ। ਔਰ ਤੁਸੀਂ ਦੇਖੋ ਨੈਸ਼ਨਲ ਜਿਹੜੀ ਹੈ ਡੀਜ਼ਲ ਦੀ ਗਰੋਥ ਹੋ ਰਹੀ ਹੈ। ਐਵਰੇਜ ਗਰੋਥ ਵੀ ਅਸੀਂ 2% 3% ਦੀ ਲਗਾਈ ਹੈ, 4% ਦੀ। ਪੰਜਾਬ ਦੇ ਵਿੱਚ ਨੈਗੇਟਿਵ ਗਰੋਥ ਹੋ ਰਹੀ ਹੈ 5% 6% ਦੀ, 10% ਦੀ। ਇਹਦਾ ਮਤਲਬ ਪੰਜਾਬ ਦੀ ਸੇਲ ਹੀ ਕਿਉਂ ਟੁੱਟ ਰਹੀ ਹੈ? ਹਰਿਆਣੇ ਦੀ ਸੇਲ ਕਿਉਂ ਵੱਧ ਰਹੀ ਹੈ? ਹਿਮਾਚਲ ਦੀ ਸੇਲ ਕਿਉਂ ਵੱਧ ਰਹੀ ਹੈ? ਚੰਡੀਗੜ੍ਹ ਦੀ ਸੇਲ ਕਿਉਂ ਵੱਧ ਰਹੀ ਹੈ? ਤੁਸੀਂ ਇਹ ਦੇਖੋ, ਚੰਡੀਗੜ੍ਹ ਦੇ ਕਿਸੇ ਪੰਪ ਤੇ ਚਲੇ ਜਾਓ, ਤੁਸੀਂ ਅੱਧੇ ਘੰਟੇ ਦੀ ਸਰਵੇ ਕਰ ਲਓ, ਵੀਡੀਓ ਲਿਆਓ ਜਾ ਕੇ, ਸਾਰੇ 70% ਪੰਜਾਬ ਨੰਬਰ ਦੀਆਂ ਗੱਡੀਆਂ ਹੋਣਗੀਆਂ।
ਯਾਨੀ ਕਿ ਦੂਸਰੇ ਜਿੱਥੇ ਸਸਤਾ ਮਿਲਦਾ ਸਾਰੇ ਖਪਤਕਾਰ ਉੱਥੇ ਮਿਲਦੇ। ਬਿਲਕੁਲ। ਇੱਕ ਸਰਕਾਰ ਨੇ ਨੀਤੀ ਜਾਰੀ ਕੀਤੀ ਸੀ ਕਿ ਪਹਿਲਾਂ ਤਾਂ ਰੇਟ ਕਈ ਦਿਨਾਂ ਬਾਅਦ ਵੱਧਦਾ ਹੁੰਦਾ ਸੀ ਜਾਂ ਮਹੀਨਿਆਂ ਬਾਅਦ ਵੱਧਦਾ ਹੁੰਦਾ ਸੀ, ਹੁਣ ਇਹ ਡੇ ਟੂ ਡੇ ਵੱਧਦਾ, ਇਹਦੇ ਨਾਲ ਕੀ ਫਰਕ ਪੈਂਦਾ ਆਮ? ਡੇਲੀ ਸਰ, ਡੇਲੀ ਵੱਧਦਾ ਹੈਗਾ, ਡੇਲੀ ਨੁਕਸਾਨ ਹੀ ਨੁਕਸਾਨ ਹੈ। ਤੇ ਦੇਖੋ ਕਸਟਮਰ ਇੱਕ ਤਾਂ ਇਹ ਕਿਹੜੀ ਨੀਤੀ ਹੈ ਆਮ ਬੰਦੇ ਨੂੰ ਕਿਹੜੇ? ਇਹਨਾਂ ਨੇ ਜਿਹੜਾ ਕਿਹਾ ਨੇ ਜੀ ਕਿ ਅਸੀਂ ਡੀਰੈਗੂਲੇਟ ਕਰਤਾ ਜੀ ਪੈਟਰੋਲ ਡੀਜ਼ਲ, ਸਰਕਾਰ ਕਹਿੰਦੀ ਹੈ ਡੀਰੈਗੂਲੇਟ ਕਰਤਾ। ਡੀਰੈਗੂਲੇਟ ਕਰਨ ਦਾ ਮਤਲਬ ਇਹ ਹੈ ਕਿ ਡੇਲੀ ਜਿਵੇਂ ਕੱਚੇ ਤੇਲ ਦੀ ਪ੍ਰਾਈਸ ਉੱਪਰ ਥੱਲੇ ਜਾਏਗੀ ਤੇ ਪ੍ਰਾਈਸਿਸ ਉਹਦੇ ਨਾਲ ਫਲਕਚੁਏਟ ਕਰਨਗੀਆਂ। ਯਾਨੀ ਕਿ ਇਹਦੇ ਨਾਲ ਵੀ ਆਮ ਬੰਦੇ ਨੂੰ ਨੁਕਸਾਨ ਹੈ। ਹਾਂ ਬਿਲਕੁਲ ਨੁਕਸਾਨ ਹੈ। ਕੱਚਾ ਤੇਲ ਹੁਣ ਤੁਸੀਂ ਦੇਖੋ ਨਾ ਹੌਲੀ 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 ਪਿਛਲੇ ਕਈ ਦਿਨਾਂ ਤੋਂ ਵੱਧ ਰਿਹਾ। ਔਰ ਇੱਕ ਮੈਂ ਹੋਰ ਦੱਸਦਾ ਕਿ ਜਦੋਂ ਦੀ ਆਪਣਾ ਬੀਜੇਪੀ ਗਵਰਨਮੈਂਟ ਹੈ ਜੀ 2019-20 ਦੇ ਵਿੱਚ ਸਾਡੀ ਐਵਰੇਜ ਜਿਹੜੀ ਕੱਚੇ ਤੇਲ ਦੀ ਕੀਮਤ ਸੀ $40 ਸੀ ਜੀ। ਇਹ ਤਾਂ ਹੁਣ ਵਧੀ ਹੈ ਜਾ ਕੇ, ਵਿੱਚ ਜ਼ੀਰੋ ਵੀ ਹੋ ਗਈ, ਵਿੱਚ $25 ਵੀ ਆਉਂਦੀ ਰਹੀ। ਵੀ ਯਾਨੀ ਕਿ ਜਦੋਂ ਦੀ ਬੀਜੇਪੀ ਕੇਂਦਰ 'ਚ ਆਈ ਹੈ ਉਦੋਂ ਤਾਂ ਰੇਟ ਘਟੇ ਹੀ ਆ, ਵਧਿਆ ਤਾਂ ਹੈ ਨਹੀਂ। ਬਾਈ ਡਿਫਾਲਟ ਘਟਿਆ, ਲੇਕਿਨ ਮਾਰਕੀਟ ਦੇ ਵਿੱਚ ਪ੍ਰਾਈਸਿਸ ਨਹੀਂ ਘਟੀਆਂ। ਉਹਨਾਂ ਨੇ ਹੌਲੀ 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 ਐਕਸਾਈਜ਼ ਵਧਾਤੀ ਹੈ। ਦੇਖੋ ਡੀਜ਼ਲ ਦੇ ਉੱਪਰ 2014 ਦੇ ਵਿੱਚ ₹3.46, ਅਗਸਤ 2017 ਦੇ ਵਿੱਚ ₹17.33, ਜੂਨ ਦੇ ਵਿੱਚ ₹18.83 ਔਰ ਜੂਨ 2021 ਦੇ ਵਿੱਚ ₹31.83। ਮਤਲਬ ਤੁਸੀਂ ਇਹ ਦੇਖੋ 824% ਤਾਂ ਇਹਨਾਂ ਨੇ ਐਕਸਾਈਜ਼ ਹੀ ਵਧਾਤੀ ਹੈ। ਸਰ ਕਿਹੜਾ ਦਾਇਰਾ ਹੈ ਜਿਹੜਾ 824% ਤਰੱਕੀ ਕਰ ਗਿਆ? ਮੈਨੂੰ ਦੱਸੋ ਕਿਹੜਾ ਅਦਾਰਾ ਜਿਹੜਾ 824% ਤਰੱਕੀ ਕਰ ਗਿਆ? ਆਪਾਂ ਐਕਸਾਈਜ਼ ਡਿਊਟੀ ਸਿਰਫ ਡੀਜ਼ਲ ਤੇ ਵਧਾਤੀ 824%। ਯਾਨੀ ਕਿਤੇ ਨਾ ਕਿਤੇ ਲੋਕਾਂ ਨੂੰ ਅਸਿੱਧੇ ਰੂਪ ਤੇ ਇਹ ਮਾਰ ਪੈ ਰਹੀ ਹੈ। ਬਿਲਕੁਲ ਜੀ, ਜਿਹੜੀ ਲੋਕਾਂ ਦੇ ਧਿਆਨ 'ਚ ਹੀ ਨਹੀਂ ਆ ਰਹੀ। ਰੇਟ ਤਾਂ ਵੱਧਦਾ ਆ ਰਿਹਾ, ਵੀ ਕਿਹੜੇ ਹਿਸਾਬ ਨਾਲ ਸਟੇਟ ਦਾ ਕਿੰਨਾ ਕੇਂਦਰ ਸਰ ਦਾ ਇੱਦਾਂ ਹੈ, ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਬੀਜੇਪੀ ਸਰਕਾਰ ਆਪੋਜੀਸ਼ਨ 'ਚ ਸੀਗੀ ਜੀ, ਤੁਸੀਂ ਉਹ ਕਲਿੱਪਿੰਗਸ ਦੇਖਦੇ ਹੋਵੋਗੇ ਕਿ ਵੀ ਆਪਣਾ ਸਮ੍ਰਿਤੀ ਇਰਾਨੀ ਔਰ ਮਿਸਟਰ ਜਾਵੇਦਕਰ ਔਰ ਸਾਡੇ ਪ੍ਰਾਈਮ ਮਿਨਿਸਟਰ ਉਹ ਸਪੀਚ ਦੇ ਰਹੇ ਨੇ ਕਿ ਵੀ ਦਿੱਲੀ ਦੇ ਵਿੱਚ ਜਿਹੜਾ ਪੈਟਰੋਲ ਔਰ ਡੀਜ਼ਲ ਹੈ ਉਹ ₹40 ਜਾਂ ₹45 ਲੀਟਰ ਮਿਲਣਾ ਚਾਹੀਦਾ। ਹਾਲਾਂਕਿ ਉਸ ਵੇਲੇ ਡਾਲਰ ਦੀ ਕੀਮਤ $107 ਸੀ, $107 ਸੀ। ਹੁਣ ਤਾਂ ਹੈ ਹੀ ਕੁਝ। ਅੱਜ $70 ਹੈ ਤੇ ਤੁਸੀਂ ਅੱਜ ਕੀਮਤ ਉੱਪਰ ਪਹੁੰਚਾਤੀ। ਜਿਹੜੀ ₹35 40 ਦੀ ਤੁਸੀਂ ਆਪ ਗੱਲ ਕਰ ਰਹੇ ਸੀ, ਤੁਸੀਂ ਸਾਰਾ ਦਾ ਸਾਰਾ ਐਕਸਾਈਜ਼ ਵਿੱਚ ਖਾ ਗਏ। ਅੱਛਾ, ਇੱਕ ਹੋਰ ਪੁਆਇੰਟ ਜਿਹੜਾ ਮੈਂ ਦੱਸਣਾ ਚਾਹਾਂਗਾ ਜਿਹੜਾ ਹਜੇ ਹਿਡਨ ਰਹਿ ਗਿਆ ਹੈ ਕਿ ਇਹ ਪੈਸਾ ਗਿਆ ਕਿੱਥੇ। ਆਪਾਂ ਗੱਲ ਕਰਦੇ ਨਾ ਪੈਸਾ ਗਿਆ ਕਿੱਥੇ। ਕੁਝ ਸੈਂਟਰ ਨੇ ਕਰ ਲਿਆ ਜੀ ਐਕਸਾਈਜ਼ ਡਿਊਟੀ 824% ਵਧਾਤੀ ਡੀਜ਼ਲ ਤੇ ਜੀ, ਉਹਦੇ ਨਾਲ ਸਟੇਟਾਂ ਨੇ ਵਧਾ ਲਿਆ ਆਪਣਾ ਜੀ, ਵੈਟ ਵਧਾਤਾ ਜੀ। ਤੀਜੀ ਚੀਜ਼, ਜਿੰਨੀਆਂ ਆਇਲ ਕੰਪਨੀਜ਼ ਨੇ ਉਹਨਾਂ ਦਾ ਪ੍ਰੋਫਿਟ 10 ਗੁਣਾ ਵੱਧ ਗਿਆ ਜੀ। ਮੈਂ ਤੁਹਾਨੂੰ ਫਿਗਰ ਦੇਣਾ ਚਾਹੁੰਦਾ 2020-21 ਲਾਕਡਾਊਨ ਦੇ ਪੀਰੀਅਡ ਦੇ ਵਿੱਚ ਜੀ, ਇੰਡੀਅਨ ਆਇਲ ਦਾ ਜਿਹੜਾ ਪ੍ਰੋਫਿਟ ਸੀਗਾ, ਨੈਟ ਪ੍ਰੋਫਿਟ ਹੈ 21,764 ਕਰੋੜ। 21 ਦਾ 21,000 2020-21 ਦਾ lockdown ਵੱਧ ਕਿੰਨਾ ਗਿਆ ਸਰ? ਪਹਿਲਾਂ ਲਾਸ ਵਿੱਚ ਸੀ, ਪਹਿਲਾਂ ਲਾਸ ਸੀ, ਹੁਣ ਪ੍ਰੋਫਿਟ ਕੋਵਿਡ 'ਚ ਵੱਧ ਗਿਆ। HPCL ਦਾ 10,664 ਕਰੋੜ ਜੀ, BPCL 19,041 ਕਰੋੜ, ਰਿਲਾਇੰਸ ਇੰਡਸਟਰੀਜ਼ 49,128 ਕਰੋੜ। ਇਹ ਸਾਰਾ ਦਾ ਸਾਰਾ ਪੈਸਾ ਆਮ ਜਨਤਾ ਦਾ ਹੀ ਗਿਆ ਜੀ। ਜੀ, ਤੇ ਸਰਕਾਰ ਉਹ 'ਚ ਭਾਗੀਦਾਰੀ ਵੀ ਵਧਾਓ ਤੁਸੀਂ। ਸਰ ਸਾਰੇ ਰਲ ਮਿਲ ਕੇ ਹੋ ਗਿਆ ਨਾ ਜੀ ਕੰਮ। ਆਮ ਜਨਤਾ ਜਿਹੜੀ ਹੈ ਉਹਨੂੰ ਇੱਕ ਸਟੇਟਮੈਂਟ ਦੇਣੀ ਬੜੀ ਸੌਖੀ ਹੈ। ਆਪਾਂ ਕੋਈ ਵੀ ਗੱਲ ਕਰੀਏ ਕਿ ਜੀ ਕੱਚੇ ਤੇਲ ਦੀਆਂ ਕੀਮਤਾਂ ਵਧੀਆਂ ਨੇ, ਸਾਡੇ ਹੱਥ 'ਚ ਕੁਝ ਨਹੀਂ ਹੈਗਾ। ਸਰ ਐਕਸਾਈਜ਼ ਤੁਹਾਡੇ ਹੱਥ ਵਿੱਚ ਹੈ, ਵੈਟ ਤੁਹਾਡੇ ਹੱਥ ਵਿੱਚ ਹੈ, ਔਰ ਆਇਲ ਕੰਪਨੀਆਂ ਦਾ ਜਿਹੜਾ ਮਾਰਜਨ ਹੈ, ਪ੍ਰੋਫਿਟ ਆਫ ਮਾਰਜਨ ਹੈ, ਉਹ ਤੁਹਾਡੇ ਹੱਥ ਵਿੱਚ ਹੈ। ਤੁਸੀਂ ਇਹ ਤਿੰਨੋਂ ਚੀਜ਼ਾਂ ਰੈਗੂਲੇਟ ਕਰੋ ਤੇ ਆਟੋਮੈਟਿਕਲੀ ਪ੍ਰਾਈਸਿਸ ਘਟਣਗੀਆਂ। ਹੁਣ ਜੇ ਆਪਾਂ ਪੋਲਿਟਿਕਸ ਖੇਡਣੀ ਹੈ ਕਿ ਸੈਂਟਰ ਕਵੇ ਸਟੇਟ ਘਟਾਵੇ, ਸਟੇਟ ਕਵੇ ਸੈਂਟਰ ਘਟਾਵੇ, ਤਾਂ ਉਹ ਤਾਂ ਗੱਲ ਨਹੀਂ ਨਾ ਬਣਨੀ। ਆਪਾਂ ਇੱਕ ਹੋਰ ਹੈ ਕਿ ਇਹਨੂੰ GST 'ਚ ਕਿਉਂ ਨਹੀਂ ਲੈ ਕੇ ਆਉਂਦੇ? ਜਦੋਂ GST 'ਚ ਆ ਜਾਏਗਾ ਤੇ ਕਲੇਸ਼ ਹੀ ਮੁੱਕ ਜਾਏਗਾ, ਸਾਰਾ ਬਰਾਬਰ ਹੋ ਜਾਏਗਾ। ਸਾਰਾ ਬਰਾਬਰ ਹੋ ਜਾਏਗਾ, ਸਮਗਲਿੰਗ ਬੰਦ ਹੋ ਜਾਏਗੀ, ਹਰ ਸਟੇਟ ਨੂੰ ਰੈਵਨਿਊ ਠੀਕ ਠਾਕ ਮਿਲਣਾ ਸ਼ੁਰੂ ਹੋ ਜਾਏਗਾ। GST ਦੇ ਵਿੱਚ ਕਿਉਂ ਨਹੀਂ ਆਉਂਦਾ? ਇਹ ਸਨ ਸਰਦਾਰ ਅਸ਼ਵਿੰਦਰ ਸਿੰਘ ਮੋਗੀਆਂ ਜੀ, ਜਿਨ੍ਹਾਂ ਨੇ ਬੜੀ ਤਫਸੀਲ ਨਾਲ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਕਿ ਕਿਸ ਤਰ੍ਹਾਂ ਕੇਂਦਰ ਤੋਂ ਲੈ ਕੇ ਸਟੇਟ ਸਰਕਾਰ ਲੋਕਾਂ ਨੂੰ, ਕਾਰੋਬਾਰੀਆਂ ਨੂੰ ਪੈਟਰੋਲੀਅਮ ਦੇ ਖੇਤਰ ਦੇ ਵਿੱਚ ਇੱਕ ਬਹੁਤ ਵੱਡਾ ਬੋਝ ਪਾ ਰਹੀ ਹੈ ਉਹਨਾਂ ਦੀ ਜੇਬ ਤੇ ਸਾਰਾ ਕਿਸੇ ਨੁਕਤੇ ਵਰਤਦੇ ਹੋਏ ਸਰਕਾਰਾਂ ਖੁਦ ਵੀ ਕਰੋੜਾਂ ਰੁਪਏ ਦਾ ਸਟੇਟ ਯਾਨੀ ਪੰਜਾਬ ਸਰਕਾਰ ਦੀ ਗੱਲ ਕਰੀਏ, ਇਹਨਾਂ ਦੇ ਕਹਿਣ ਦੇ ਮੁਤਾਬਕ 500 ਕਰੋੜ ਰੁਪਏ ਦਾ ਹਰਜਾਨਾ ਚੱਲ ਰਹੀਆਂ ਨੇ। ਇਹ ਸਿੱਧਾ ਕਿਤੇ ਨਾ ਕਿਤੇ ਵੱਡੀਆਂ
ਸਿਆਸੀ ਧਿਰਾਂ ਦੀ ਸਪੋਰਟ ਕਰਕੇ ਹੋ ਰਿਹਾ ਕਿ ਜਿਹੜਾ ਮਾਲੀਆ ਸਰਕਾਰ ਦੇ ਖਜ਼ਾਨੇ 'ਚ ਜਾਣਾ ਚਾਹੀਦਾ ਸੀ, ਲੋਕਾਂ ਦੀ ਜੇਬ 'ਚ ਨਹੀਂ ਨਿਕਲਣਾ ਚਾਹੀਦਾ ਸੀਗਾ, ਉਹ ਕਿਸੇ ਸਮਗਲਰਾਂ ਦੇ ਜੇਬ ਦੇ ਵਿੱਚ ਜਾ ਰਿਹਾ ਜਾਂ ਕੰਪਨੀਆਂ ਦੇ ਮੁਨਾਫੇ ਵਧੇ ਨੇ। ਇਹਨਾਂ ਦੀ ਮੰਗ ਹੈ ਕਿ GST ਸਾਰੇ ਕਿਤੇ ਹੋ ਜਾਵੇ ਤਾਂ ਬਰਾਬਰ ਹੋ ਜਾਵੇ, ਜਾਂ ਜਿਵੇਂ ਕਿ ਇਹਨਾਂ ਨੇ ਇੱਕ ਸਰਕਾਰ ਦਾ ਜ਼ਿਕਰ ਕੀਤਾ ਹੈ ਕਿ ਅਕਾਲੀ ਦਲ ਦੀ ਸਰਕਾਰ, ਇਹਨਾਂ ਦੇ ਅੰਕੜਿਆਂ ਤੇ ਇਹਨਾਂ ਦੀ ਤਫਸੀਲੀ ਦੇ ਹਿਸਾਬ ਨਾਲ ਇਹ ਲੱਗਦਾ ਹੈ ਕਿ ਅਕਾਲੀ ਸਰਕਾਰ ਨੇ ਜਿਹੜਾ ਡੀਜ਼ਲ ਰੇਟ ਆ ਲਾਗਲੀਆਂ ਸਟੇਟਾਂ ਨਾਲ ਬਰਾਬਰ ਕਰਤਾ ਸੀ, ਜਿਸ ਕਰਕੇ ਸਮਗਲਿੰਗ ਵੀ ਘਟੀ ਸੀ ਤੇ ਆਮ ਲੋਕਾਂ ਨੂੰ ਵੀ ਫਾਇਦਾ ਹੋਇਆ ਸੀ। ਹੁਣ ਲਗਾਤਾਰ ਕੀਮਤਾਂ ਵੱਧ ਰਹੀਆਂ ਨੇ, ਜਿੱਥੇ ਆਮ ਆਦਮੀ ਦੀ ਰਸੋਈ ਨੂੰ ਸਿੱਧਾ ਅਸਰ ਪੈ ਰਿਹਾ ਤੇ ਕਾਰੋਬਾਰੀ ਇਸ ਕਾਰੋਬਾਰ ਤੋਂ ਕਿਨਾਰਾ ਕਰ ਰਹੇ ਨੇ, ਕਿਉਂਕਿ ਲਾਗਲੀਆਂ ਸਟੇਟਾਂ ਦੇ ਇਹਨਾਂ ਦਾ ਕਹਿਣਾ ਹੈ ਕਿ ਲਾਗਲੀਆਂ ਸਟੇਟਾਂ ਵਿੱਚ ਰੇਟ ਘੱਟ ਹੈ, ਉਹੀ ਅਧਿਕਾਰ ਉਹਨਾਂ ਸਟੇਟਾਂ ਨੂੰ ਆ, ਉਹੀ ਅਧਿਕਾਰ ਪੰਜਾਬ ਸਰਕਾਰ ਨੂੰ ਆ। ਜਿਹੜੀ ਸਰਕਾਰ ਇਹਨਾਂ ਦੇ ਮੁਤਾਬਕ, ਜਦੋਂ ਇਹਨਾਂ ਨੇ ਇਹਦੇ ਪ੍ਰੋਟੈਸਟ ਕੀਤਾ ਸੀ ਇਹਨਾਂ ਗੱਲਾਂ ਦੇ ਮੁਤਾਬਕ, ਖੁਦ ਆ ਕੇ ਜੋ ਇਸ ਟਾਈਮ ਮੁੱਖ ਮੰਤਰੀ ਨੇ, ਉਹਨਾਂ ਦੀ ਪਤਨੀ ਤੇ ਉਹਨਾਂ ਦੇ ਨੁਮਾਇੰਦੇ ਆ ਕੇ ਮਿਲ ਕੇ ਕਹਿ ਕੇ ਗਏ ਸੀਗੇ ਕਿ ਸਾਡੀ ਇਹ ਧਿਆਨ 'ਚ ਆ ਸਾਰਾ ਕੁਛ, ਅਸੀਂ ਜਦੋਂ ਸਰਕਾਰ ਆਉਂਦੇ ਹੀ ਬਰਾਬਰ ਕਰ ਦਿਆਂਗੇ। ਪਰ 4.5 ਸਾਲ ਸਰਕਾਰ ਬੀਤੀ ਨੂੰ ਹੋ ਗਏ ਨੇ, ਫਿਰ ਵੀ ਜਿਉਂ ਦੀ ਤਿਉਂ ਉਹੀ ਨੇ ਗੱਲਾਂ। ਸੈਂਡ ਮਾਫੀਆ, ਲੀਕਰ ਮਾਫੀਆ ਤੇ ਹੋਰ ਮਾਫੀਆ ਦੇ ਨਾਲ ਇੱਕ ਆਇਲ ਮਾਫੀਆ ਨਵਾਂ ਹਜੇ ਆਮ ਲੋਕਾਂ ਦੇ ਧਿਆਨ ਵਿੱਚ ਨਹੀਂ ਹੈ, ਉਹ ਵੀ ਇੱਕ ਬਹੁਤ ਵੱਡਾ ਮਾਫੀਆ ਕੰਮ ਕਰ ਰਿਹਾ, ਜਿਸ ਨੂੰ ਸਰਕਾਰਾਂ ਦੀ ਸ਼ਹਿ ਸਿੱਧੇ ਤੌਰ ਤੇ ਇਹਨਾਂ ਦੇ ਅੰਕੜੇ ਤਸਦੀਕ ਕਰ ਰਹੇ ਨੇ। ਪਰ ਇਸ ਮਹਿੰਗਾਈ ਨੂੰ ਲੈ ਕੇ ਕਿਸਾਨ ਅੰਦੋਲਨ ਜੋ ਪੂਰੇ ਵਿਸ਼ਵ ਪੱਧਰ 'ਤੇ ਇੱਕ ਸੰਵੇਦਨਾਸ਼ੀਲ ਤਰੀਕੇ ਨਾਲ ਚੱਲ ਰਿਹਾ ਹੈ, ਉਹ ਵੀ ਇਸ ਮਹਿੰਗਾਈ ਦੇ ਖਿਲਾਫ ਕੱਲ੍ਹ ਨੂੰ 2 ਘੰਟੇ ਆਪਣਾ ਪ੍ਰੋਟੈਸਟ ਜਾਰੀ ਕਰੇਗਾ, ਜਿਸ ਵਿੱਚ ਸਾਰੇ ਵਹੀਕਲ ਰੋਕੇ ਜਾਣਗੇ, ਪਰ ਟ੍ਰੈਫਿਕ ਨੂੰ ਪਾਸੇ ਰੱਖ ਕੇ 8 ਮਿੰਟ ਤੱਕ ਹਾਰਨ ਵਜਾਏ ਜਾਣਗੇ। ਇਹਨਾਂ ਸਰਕਾਰਾਂ ਦੇ ਕੰਨ ਖੋਲ੍ਹਣ ਲਈ ਦੇਖਦੇ ਹਾਂ ਇਹ ਸਰਕਾਰ ਦੇ ਕੰਨ ਖੋਲ੍ਹ 'ਚ ਸਫਲ ਹੁੰਦੇ ਨੇ ਜਾਂ ਇਸ ਗੱਲ ਨੂੰ ਅੱਗੇ ਤੋਰਨ ਦੇ ਵਿੱਚ ਸਫਲ ਹੁੰਦੇ ਨੇ। ਸਾਡੀ ਕੋਸ਼ਿਸ਼ ਹੈ ਕਿ ਅਜਿਹੀਆਂ ਸਿੱਧੇ ਆਮ ਲੋਕਾਂ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ, ਜਿੱਥੇ ਨੁਕਤੇ ਵਰਤੇ ਜਾਂਦੇ ਨੇ, ਉਹ ਦਰਸ਼ਕਾਂ ਤੱਕ ਸਾਂਝੀਆਂ ਕੀਤੀਆਂ ਜਾਣ ਤੇ ਉਹਨਾਂ ਤੋਂ ਸਮਝਿਆ ਜਾਵੇ ਕਿ ਉਹ ਲੋਕ ਰਾਏ ਪੈਦਾ ਕਰਨ ਜਿਸ ਨੂੰ ਆਪਣੇ ਜਲਦੀ ਆਉਣ ਵਾਲੇ ਚੋਣਾਂ ਦੇ ਵਿੱਚ ਆਪਣੇ ਵੋਟ ਅਧਿਕਾਰ, ਜਿੱਥੇ ਆਪਣੇ ਲਈ ਸਰਕਾਰ ਚੁਣਦੇ ਨੇ, ਉੱਥੋਂ ਇਸਤੇਮਾਲ ਕਰਨਾ ਆਪਦੀ ਰਾਏ ਬਣਾ ਕੇ। ਅਸੀਂ ਇਹੀਆਂ ਕੋਸ਼ਿਸ਼ਾਂ ਕਰਦੇ ਰਹਾਂਗੇ ਤੇ ਜਾਰੀ ਰਹਿਣਗੀਆਂ। ਪੁਣਛਾਣ ਦੇ ਵਿੱਚ ਨਵੇਂ ਵਿਸ਼ੇ ਜਾਂ ਨਵੀਂ ਰਾਏ ਦੇਣ ਲਈ ਤੁਹਾਡੀ ਸਕਰੀਨ 'ਤੇ ਇੱਕ ਨੰਬਰ ਜਾਰੀ, WhatsApp ਨੰਬਰ ਜਾਰੀ ਨਜ਼ਰ ਆ ਰਿਹਾ ਤੁਹਾਨੂੰ, ਉਸ 'ਤੇ ਤੁਸੀਂ ਆਪਣੀ ਰਾਏ ਵੀ ਦੇ ਸਕਦੇ ਹੋ ਤੇ ਉਸ ਦੇ ਮੁਤਾਬਕ ਅਸੀਂ ਉਸ ਵਿਸ਼ੇ 'ਤੇ ਪ੍ਰੋਗਰਾਮ ਵੀ ਪੇਸ਼ ਕਰਾਂਗੇ। ਪਰ ਸਾਡੀਆਂ ਇਹ ਕੋਸ਼ਿਸ਼ਾਂ ਤੁਹਾਨੂੰ ਇਹ ਵਧੀਆ ਲੱਗ ਰਹੀਆਂ ਤਾਂ ਸਾਡੇ ਇਸ ਪ੍ਰੋਗਰਾਮ ਨੂੰ ਸ਼ੇਅਰ ਤੇ ਲਾਈਕ ਕਰਨ ਦੇ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਗਾਤਾਰ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੌਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ ਤੇ ਕੈਨੇਡਾ ਜਾਂ ਆਸਟ੍ਰੇਲੀਆ ਸਕਾਲਰਸ਼ਿਪ ਦੇ ਨਾਲ ਘੱਟ ਫੀਸ ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।